ਕਿਸਾਨਾਂ ਨੂੰ ਕਿਤੇ ਨਾ ਕਿਤੇ ਉਮੀਦ ਸੀ ਕਿ ਕੋਈ ਵੱਡਾ ਮੰਤਰੀ ਆਊਗਾ, ਅੰਦੋਲਨ ਬਾਰੇ ਗੱਲ ਕਰੂਗਾ ਹੂੰ, ਕਿ ਇਸ ਅੰਦੋਲਨ ਦੇ ਨਾਲ ਕੌਣ-ਕੌਣ ਪ੍ਰਭਾਵਿਤ ਹੋ ਰਿਹਾ ਹੈ। ਸੋ ਕਿਸਾਨਾਂ ਨੂੰ ਆਸ ਇੰਨੀ ਕੁ ਆਸ ਤਾਂ ਜ਼ਰੂਰ ਸੀ ਵੀ ਕੋਈ ਨਾ ਕੋਈ ਮੰਤਰੀ ਜ਼ਰੂਰ ਹੋਊਗਾ, ਪਰ ਜਦੋਂ ਉੱਥੇ ਕੋਈ ਨਹੀਂ ਦਿਖਿਆ ਫਿਰ ਕਿਸਾਨ ਅੱਧ ਵਿਚਾਲੇ ਮੀਟਿੰਗ ਛੱਡ ਕੇ ਆ ਗਏ ਸੀ ਤੇ ਕਿਸਾਨਾਂ ਨੇ ਇਲਜ਼ਾਮ ਲਾਇਆ ਆਉਂਦੇ ਸਾਰ ਵੀ ਕੇਂਦਰ ਸਰਕਾਰ ਸਾਨੂੰ ਗੁੰਮਰਾਹ ਕਰ ਰਹੀ ਹੈ। ਆਪਦੇ ਮੰਤਰੀ ਤੁਸੀਂ ਪੰਜਾਬ ਦੇ ਵਿੱਚ ਭੇਜ ਰੱਖੇ ਨੇ ਜਿਹੜੇ ਕਿ ਵਰਚੁਅਲ ਬੈਠਕਾਂ ਬਿਲਕੁਲ। ਕਰ ਰਹੇ ਨੇ ਹੂੰ, ਸੋ ਕਾਲਡ ਕਿਸਾਨਾਂ ਦੇ ਨਾਲ। ਇਹ ਹੂੰ। ਬਲਵੀਰ ਸਿੰਘ ਰਾਜੀਵਾਲ ਦਾ ਜਿਹੜਾ ਉਹਨਾਂ ਦੀ ਸਟੇਟਮੈਂਟ ਹੈ, ਉਹ ਕਹਿੰਦੇ ਸੋ ਕਾਲਡ ਕਿਸਾਨਾਂ ਦੇ ਨਾਲ ਤੁਸੀਂ ਪੰਜਾਬ ਦੇ ਵਿੱਚ ਮੀਟਿੰਗਾਂ ਕਰ ਰਹੇ ਹੋ। ਕਿ ਜਿਹੜਾ ਮੋਦੀ ਸਰਕਾਰ ਨੂੰ ਇਸ ਤਰੀਕੇ ਨਾਲ ਨਹੀਂ ਕਰਨਾ ਚਾਹੀਦਾ ਸੀ, ਚਾਹੇ ਉਹ ਅਕਾਲੀ ਦਲ ਹੈ, ਕਾਂਗਰਸ ਹੈ, ਆਮ ਆਦਮੀ ਪਾਰਟੀ ਹੈ, ਈਵਨ ਕਿ ਸੁਖਬੀਰ ਬਾਦਲ ਵੀ ਇਸ ਗੱਲ ਦੇ ਬਹੁਤ ਖਿਲਾਫਤ ਕਰ ਰਹੇ ਨੇ। ਦਾਅਵਿਆਂ ਦੇ ਵਿੱਚ, ਬਿਆਨਾਂ ਦੇ ਵਿੱਚ ਇੰਨੇ ਝੂਠ ਬੋਲਦੇ ਨੇ ਲੀਡਰ, ਜੋ ਸਾਨੂੰ ਅੱਖਾਂ ਦੇ ਨਾਲ ਦਿਖ ਰਿਹਾ ਹੈ ਉਹਨੂੰ ਕਿੱਦਾਂ ਅੱਖੋਂ ਪਰੋਖੇ ਕਰਕੇ ਪਤਾ ਨਹੀਂ ਕਿਹੜੇ ਸੁਪਨਿਆਂ ਦੇ ਵਿੱਚ ਰਹਿੰਦੇ ਨੇ ਇਹ ਲੀਡਰ। ਮੋਦੀ ਸਾਹਿਬ ਨੇ ਜੋ ਕੀਤਾ ਕਿਸਾਨਾਂ ਦੇ ਲਈ ਅੱਜ ਤੱਕ ਕਿਸੇ ਨੇ ਨਹੀਂ ਕੀਤਾ ਸੀ। ਸੋ ਇਸ ਤਰ੍ਹਾਂ ਦੀਆਂ ਗੱਲਾਂ ਨੇ। ਸੋ ਜਿਹੜੇ ਤੁਸੀਂ ਰਵੱਈਏ ਦੀ ਗੱਲ ਕਰ ਰਹੇ ਸੀਗੇ ਕਿ ਮੋਦੀ ਸਰਕਾਰ ਦਾ ਰਵੱਈਆ ਤਾਂ ਇਹੀ ਦੱਸਦਾ ਹੈ ਕਿ ਇਹ ਕਾਨੂੰਨ ਰੱਦ ਕਰਨ ਵਾਲੇ ਹੈ ਨਹੀਂ। ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ। ਉਮੀਦ ਲਗਾਈ ਜਾ ਰਹੀ ਸੀ ਕਿ ਕਿਸਾਨ ਜਿਹੜੇ ਨੇ ਉਹ ਕੇਂਦਰ ਸਰਕਾਰ ਦੇ ਸੱਦੇ ਦੇ ਉੱਤੇ ਦਿੱਲੀ ਜਾ ਰਹੇ ਨੇ ਮੁਲਾਕਾਤ ਕਰਨ, ਮੀਟਿੰਗ ਦਾ ਹਿੱਸਾ ਬਣਨ ਤੇ ਸ਼ਾਇਦ ਕੋਈ ਨਾ ਕੋਈ ਹੱਲ ਜ਼ਰੂਰ ਕੱਢਿਆ ਜਾਏਗਾ ਜੇ ਉਹਨਾਂ ਨੂੰ ਸਾਥ ਦਿਆ ਗਿਆ ਤਾਂ। ਪਰ ਅਜਿਹਾ ਕੁਝ ਹੋਇਆ ਨਹੀਂ ਹੈ। ਕਿਸਾਨਾਂ ਨੂੰ ਮੀਟਿੰਗ ਦਾ ਬਾਈਕਾਟ ਕਰਨਾ ਪਿਆ। ਬਾਈਕਾਟ ਕਿਉਂ ਕਰਨਾ ਪਿਆ? ਹਰਸ਼ਰਨ ਕੌਰ ਜੀ ਸਾਡੇ ਨਾਲ ਚੰਡੀਗੜ੍ਹ ਤੋਂ ਜੁੜੇ ਹੋਏ ਨੇ। ਹਰਸ਼ਰਨ ਨਾਲ ਗੱਲ ਕਰਦੇ ਹਾਂ। ਹਰਸ਼ਰਨ, ਸਭ ਤੋਂ ਪਹਿਲਾਂ ਤਾਂ ਬੜੀ ਉਮੀਦ ਅੱਜ ਲਗਾਈ ਜਾ ਰਹੀ ਸੀ ਕਿ ਜਦੋਂ ਦਿਨ ਚੜ੍ਹੇਗਾ ਤਾਂ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ, ਆਪਣੇ ਕੈਨੇਡਾ ਦੇ ਜਿਹੜੇ ਦਰਸ਼ਕਾਂ ਨੂੰ ਅਪਡੇਟ ਦੇਵਾਂਗੇ, ਤਾਂ ਉਸ ਦੇ ਵਿੱਚ ਕੋਈ ਨਾ ਕੋਈ ਚੰਗੀ ਖਬਰ ਇਹ ਜ਼ਰੂਰ ਨਿਕਲ ਆਏਗੀ ਕਿ ਕਿਸਾਨਾਂ ਵਿਚਾਰਿਆਂ ਦਾ ਕੋਈ ਨਾ ਕੋਈ ਹੱਲ ਨਿਕਲਿਆ ਹੈ। ਪਰ ਮੀਟਿੰਗ ਤਾਂ ਬੇਸਿੱਟਾ ਰਹੀ। ਬਿਲਕੁਲ ਸ਼ੈਰੀ, ਸਭ ਨੂੰ ਸਤਿ ਸ਼੍ਰੀ ਅਕਾਲ। ਤੇ ਇਹ ਸਾਨੂੰ ਵੀ ਉਡੀਕ ਸੀ ਕਿ ਸ਼ਾਮ ਨੂੰ ਜਦੋਂ ਤੁਹਾਡੇ ਨਾਲ ਅਸੀਂ ਮਿਲਣਾ ਹੈਗਾ, ਸਾਰੇ ਕੈਨੇਡਾ ਦੇ ਵਾਸੀਆਂ ਨਾਲ, ਖਾਸ ਕਰਕੇ ਪੰਜਾਬੀ ਇਹ ਖਬਰ ਸੁਣਨ ਨੂੰ ਉਤਸੁਕ ਹੋਣਗੇ ਸਵੇਰੇ ਉੱਠਦੇ ਸਾਰ ਵੀ ਕੁਛ ਨਾ ਕੁਛ ਤਾਂ ਚੰਗਾ ਹੋਇਆ ਹੋਊਗਾ, ਪਰ ਜੀ। ਕੁਛ ਨਹੀਂ ਹੋਇਆ। ਕਿਸਾਨ ਉੱਥੇ ਗਏ ਨੇ, ਦਿੱਲੀ ਗਏ ਨੇ ਸਪੈਸ਼ਲ ਚੱਲ ਕੇ ਕਿ ਕੇਂਦਰ ਨੇ ਸਾਨੂੰ ਬੁਲਾਇਆ, ਕਿਤੇ ਕੱਲ ਨੂੰ ਬਹਾਨਾ ਨਾ ਬਣਾ ਦੇਣ ਵੀ ਅਸੀਂ ਬੁਲਾਈ ਗਏ ਤੇ ਆਏ ਨਹੀਂ ਹੈਗੇ। ਸੋ ਉੱਥੇ ਜਦੋਂ ਜਾਂਦੇ ਨੇ ਜਾ ਕੇ ਦੇਖਦੇ ਨੇ ਕਿ ਕੇਂਦਰ ਦਾ ਤਾਂ ਕੋਈ ਵਜ਼ੀਰ ਹੀ ਨਹੀਂ ਆਇਆ ਹੈਗਾ। ਕੋਈ ਵੀ ਵੱਡਾ ਮੰਤਰੀ ਹੈ ਜਿਹੜਾ ਕੇਂਦਰੀ ਕੈਬਨਿਟ ਦਾ, ਉਹ ਪਹੁੰਚਿਆ ਨਹੀਂ ਹੋਇਆ ਸੀ। ਹਾਲਾਂਕਿ ਚਰਚਾ ਇਹ ਚੱਲ ਰਹੀ ਸੀ ਕਿ ਰਾਜਨਾਥ ਸਿੰਘ ਪਹੁੰਚ ਸਕਦੇ ਨੇ, ਕੇਂਦਰੀ ਗ੍ਰਹਿ ਮੰਤਰੀ, ਪਰ ਰਾਜਨਾਥ ਸਿੰਘ ਵੀ ਨਹੀਂ ਪਹੁੰਚੇ। ਤੇ ਕਿਸਾਨਾਂ ਨੇ ਜੋ ਬਾਹਰ ਆ ਕੇ ਗੱਲ ਦੱਸੀ, ਉਹ ਕਹਿੰਦੇ ਵੀ ਖੇਤੀ ਮੰਤਰਾਲੇ ਦੇ ਜਿਹੜੇ ਦਫ਼ਤਰੀ ਮੁਲਾਜ਼ਮ ਹੁੰਦੇ ਨੇ, ਕੰਮ ਕਰਨ ਵਾਲੇ, ਉਹ ਪਹੁੰਚੇ ਹੋਏ ਸੀਗੇ। ਸੰਜੇ ਅਗਰਵਾਲ ਜ਼ਰੂਰ ਪਹੁੰਚੇ ਸੀ, ਸਕੱਤਰ ਨੇ ਜਿਹੜੇ, ਉਹ ਪਹੁੰਚੇ ਹੋਏ ਸੀਗੇ। ਪਰ ਕਿਸਾਨ ਤਾਂ ਪਹਿਲਾਂ ਹੀ ਕਹਿ ਰਹੇ ਸੀਗੇ ਕਿ ਸਾਡੀ ਜਿਹੜੀ ਬੈਠਕ ਹੈ ਉਹ ਕਿਸੇ ਮੰਤਰੀ ਦੇ ਨਾਲ ਹੋਣੀ ਚਾਹੀਦੀ ਹੈ, ਵੱਡੇ ਵਜ਼ੀਰ ਦੇ ਨਾਲ ਹੋਣੀ ਚਾਹੀਦੀ ਹੈ। ਤੇ ਪਹਿਲੀ ਮੰਗ ਤਾਂ ਉਹਨਾਂ ਦੀ ਇਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਸਾਡੇ ਨਾਲ ਗੱਲਬਾਤ ਕਰਨ। ਤੇ ਹਾਂ ਬਿਲਕੁਲ, ਤੇ ਕਿਸਾਨ ਇਹ ਵੀ ਕਹਿ ਰਹੇ ਸੀ ਕਿ ਜਿਹੜੇ ਬੰਦੇ ਉੱਥੇ ਬੈਠੇ ਸੀ ਉਹਨਾਂ ਨੂੰ ਖੇਤੀ ਕਾਨੂੰਨਾਂ ਬਾਰੇ ਪਤਾ ਹੀ ਨਹੀਂ ਸੀ। ਇੱਕ ਕਿਸਾਨ ਲੀਡਰ ਨੇ ਦੱਸਿਆ ਕਿ ਸਾਨੂੰ ਇੱਥੇ ਬੁਲਾ ਕੇ ਉਹਨਾਂ ਨੇ ਕਿਹਾ ਕਿ ਤੁਸੀਂ ਚੰਗੀ ਤਰ੍ਹਾਂ ਪੜ੍ਹ ਲਓ, ਯਾਨੀ ਕਿ ਦਿੱਲੀ ਇਸ ਕਰਕੇ ਉਹਨਾਂ ਨੂੰ ਬੁਲਾਇਆ ਸੀ ਕਿਸਾਨਾਂ ਨੂੰ ਕਿ ਤੁਸੀਂ ਇਹਨਾਂ ਕਾਨੂੰਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਲਓ ਤੇ ਫਿਰ ਤੁਹਾਨੂੰ ਸਾਰੀ ਸਮਝ ਆ ਜਾਊਗੀ ਕਿ ਇਹਨਾਂ 'ਚ ਲਿਖਿਆ ਕੀ ਆ। ਤੁਹਾਡੇ ਖਿਲਾਫ, ਤੁਹਾਡੇ ਵਿਰੋਧ ਦੇ ਵਿੱਚ ਕੋਈ ਗੱਲ ਨਹੀਂ ਜਾਂਦੀ। ਕਿਸਾਨਾਂ ਨੇ ਭੜਕਣਾ ਹੀ ਸੀਗਾ। ਕਿਸਾਨਾਂ ਨੇ ਕਿਹਾ ਕਿ ਅਸੀਂ ਇੱਕ ਇੱਕ ਅੱਖਰ ਇਹਨਾਂ ਕਾਨੂੰਨਾਂ ਦਾ ਪੜ੍ਹਿਆ ਹੋਇਆ, ਤੁਸੀਂ ਸਾਨੂੰ ਦਿੱਲੀ ਇਹ ਕਾਨੂੰਨ ਪੜ੍ਹਨ ਖਾਤਰ ਬੁਲਾਇਆ ਸੀਗਾ ਕਿ ਅਸੀਂ ਬਿਨਾਂ ਪੜ੍ਹੇ ਤੋਂ ਹੀ ਇੰਨਾ ਜਿਹੜਾ ਰੋਸ ਮੁਜ਼ਾਹਰੇ ਕਰ ਰਹੇ ਹਾਂ, ਰੋਸ ਪ੍ਰਦਰਸ਼ਨ ਕਰ ਰਹੇ ਹਾਂ, ਕਿ ਤੁਸੀਂ ਸਾਨੂੰ ਅਨਪੜ੍ਹ ਸਮਝਦੇ ਹੋ ਜਾਂ ਮੂਰਖ ਸਮਝਦੇ ਹੋ। ਕਿਸਾਨਾਂ ਦਾ ਜਿਹੜਾ ਲਹਿਜ਼ਾ ਸੀਗਾ, ਜਿਹੜੇ ਉਹਨਾਂ ਨੇ ਬਿਆਨ ਦਿੱਤੇ ਨੇ, ਉਹ ਬਿਲਕੁਲ ਬੇਬਾਕ ਹੋ ਕੇ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਇਸ ਤਰੀਕੇ ਨਾਲ ਗੱਲ ਨਹੀਂ ਕਰ ਸਕਦੇ। ਤੁਸੀਂ ਸਾਨੂੰ ਪਹਿਲੀ ਮੀਟਿੰਗ 'ਚ ਇਹ ਕਹਿ ਕੇ ਬੁਲਾਇਆ ਸੀ ਕਿ ਅਸੀਂ ਤੁਹਾਨੂੰ ਖੇਤੀ ਕਾਨੂੰਨਾਂ ਦੇ ਬਾਰੇ ਗੱਲ ਕਰਨਾ ਚਾਹੁੰਦੇ ਹਾਂ, ਸਮਝਾਉਣਾ ਚਾਹੁੰਦੇ ਹਾਂ। ਕਿਸਾਨਾਂ ਨੇ ਉਸੇ ਵੇਲੇ ਰੱਦ ਕਰ ਦਿੱਤਾ ਸੀ। ਕਹਿੰਦੇ ਦੂਜੀ ਮੀਟਿੰਗ ਦੇ ਵਿੱਚ ਉਹਨਾਂ ਨੇ ਬੁਲਾਇਆ, ਦੂਸਰੀ ਵਾਰੀ ਸੱਦਾ ਭੇਜਿਆ, ਲਿਖਿਆ ਹੋਇਆ ਸੀ ਕਿ ਅਸੀਂ ਤੁਹਾਡੇ ਅੰਦੋਲਨ ਬਾਰੇ ਗੱਲ ਕਰਨਾ ਚਾਹੁੰਦੇ ਹਾਂ। ਕਿਸਾਨਾਂ ਨੂੰ ਕਿਤੇ ਨਾ ਕਿਤੇ ਉਮੀਦ ਸੀ ਕਿ ਕੋਈ ਵੱਡਾ ਮੰਤਰੀ ਆਊਗਾ, ਅੰਦੋਲਨ ਬਾਰੇ ਗੱਲ ਕਰੂਗਾ ਕਿ ਇਸ ਅੰਦੋਲਨ ਦੇ ਨਾਲ ਕੌਣ-ਕੌਣ ਪ੍ਰਭਾਵਿਤ ਹੋ ਰਿਹਾ ਹੈ। ਸਭ ਤੋਂ ਵੱਧ ਤਾਂ ਕਿਸਾਨ ਪ੍ਰਭਾਵਿਤ ਹੋ ਰਹੇ ਨੇ ਜਿਹੜੇ ਉਹਨਾਂ ਦੀ ਫਸਲਾਂ ਪੱਕੀਆਂ ਪਈਆਂ ਨੇ ਤੇ ਉਹਨਾਂ ਨੂੰ ਮੋਰਚਿਆਂ ਦੇ ਉੱਤੇ ਬੈਠੇ ਹੈ। ਸੋ ਕਿਸਾਨਾਂ ਨੂੰ ਆਸ ਇੰਨੀ ਕੁ ਆਸ ਤਾਂ ਜ਼ਰੂਰ ਸੀ ਵੀ ਕੋਈ ਨਾ ਕੋਈ ਮੰਤਰੀ ਜ਼ਰੂਰ ਹੋਊਗਾ, ਪਰ ਜਦੋਂ ਉੱਥੇ ਕੋਈ ਨਹੀਂ ਦਿਖਿਆ ਫਿਰ ਕਿਸਾਨ ਅੱਧ ਵਿਚਾਲੇ ਮੀਟਿੰਗ ਛੱਡ ਕੇ ਆ ਗਏ ਸੀ। ਬਾਈਕਾਟ ਕਰਕੇ ਉਹ ਆ ਗਏ। ਹਾਲਾਂਕਿ ਉਹਨਾਂ ਨੇ ਆਪਣੇ ਮੰਤਰ ਨੇ ਜਿਹੜੇ ਉਹ ਜ਼ਰੂਰ ਦਿੱਤੇ। 7 ਮੈਂਬਰੀ ਵਫਦ ਗਿਆ ਸੀ ਗੱਲਬਾਤ ਕਰਨ, ਉਹਨਾਂ ਦੇ ਨਾਲ ਹੋਰ ਕਿਸਾਨ ਵੀ ਗਏ ਸੀ। ਬੱਸ ਦੇ ਉੱਤੇ ਚੜ੍ਹ ਕੇ ਸਾਰੇ ਪੰਜਾਬ ਤੋਂ ਗਏ ਸੀ ਤੇ ਕਿਸਾਨਾਂ ਨੇ ਇਲਜ਼ਾਮ ਲਾਇਆ ਆਉਂਦੇ ਸਾਰ ਵੀ ਕੇਂਦਰ ਸਰਕਾਰ ਸਾਨੂੰ ਗੁੰਮਰਾਹ ਕਰ ਰਹੀ ਹੈ, ਕੇਂਦਰ ਸਰਕਾਰ ਸਾਨੂੰ ਮੂਰਖ ਬਣਾ ਰਹੀ ਹੈ, ਪਰ ਅਸੀਂ ਮੂਰਖ ਨਹੀਂ ਹਾਂ। ਕੇਂਦਰ ਸਰਕਾਰ ਨੇ ਸਾਡਾ ਸਮਾਂ ਬਰਬਾਦ ਕੀਤਾ ਅੱਜ ਸਾਨੂੰ ਦਿੱਲੀ ਬੁਲਾ ਕੇ। ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ
ਆਪਦੇ ਮੰਤਰੀ ਤੁਸੀਂ ਪੰਜਾਬ ਦੇ ਵਿੱਚ ਭੇਜ ਰੱਖੇ ਨੇ ਜਿਹੜੇ ਕਿ ਵਰਚੁਅਲ ਬੈਠਕਾਂ ਬਿਲਕੁਲ। ਕਰ ਰਹੇ ਨੇ ਉੱਥੇ ਦੇ ਸੋ ਕਾਲਡ ਕਿਸਾਨਾਂ ਦੇ ਨਾਲ। ਇਹ ਹੂੰ ਬਲਵੀਰ ਸਿੰਘ ਰਾਜੀਵਾਲ ਦਾ ਜਿਹੜਾ ਉਹਨਾਂ ਦੀ ਸਟੇਟਮੈਂਟ ਹੈ, ਉਹ ਕਹਿੰਦੇ ਸੋ ਕਾਲਡ ਕਿਸਾਨਾਂ ਦੇ ਨਾਲ ਤੁਸੀਂ ਪੰਜਾਬ ਦੇ ਵਿੱਚ ਮੀਟਿੰਗਾਂ ਕਰ ਰਹੇ ਹੋ। ਹੂੰ ਜੇ ਤੁਸੀਂ ਸਾਡੇ ਨਾਲ ਆਹੀ ਗੱਲਬਾਤ ਜੀ ਕਰਨੀ ਸੀਗੀ ਬਿਨਾਂ ਸਿਰ ਪੈਰ ਦੀ, ਤਾਂ ਤੁਹਾਡਾ ਜਿਹੜੇ ਵਜ਼ੀਰ ਇੱਥੇ ਪਹੁੰਚੇ ਹੋਏ ਨੇ ਪੰਜਾਬ, ਉਹਨਾਂ ਦੇ ਨਾਲ ਸਾਡੀ ਪੰਜਾਬ ਦੇ ਵਿੱਚ ਹੀ ਮੀਟਿੰਗ ਫਿਕਸ ਕਰਾ ਦਿੰਦੇ ਤੇ ਜੀ। ਸਾਨੂੰ ਦਿੱਲੀ ਬੁਲਾਉਣ ਦੀ ਕੀ ਲੋੜ ਸੀ, ਤੁਸੀਂ ਹੂੰ ਸਾਡਾ ਸਮਾਂ ਬਰਬਾਦ ਕੀਤਾ। ਸੋ ਇਹ ਹੂੰ ਸਾਰਾ ਦਿੱਲੀ ਦੇ ਵਿੱਚ ਅੱਜ ਹੋਇਆ। ਤੇ ਜਦੋਂ ਬਾਈਕਾਟ ਕਰਕੇ ਆ ਗਏ ਨੇ, ਵਾਕਆਊਟ ਕਰਕੇ ਆ ਗਏ ਕਿਸਾਨ ਮੀਟਿੰਗ ਦੇ ਵਿੱਚੋਂ, ਤੇ ਆ ਕੇ ਉਹਨਾਂ ਨੇ ਖੇਤੀਬਾੜੀ ਭਵਨ ਦੇ ਬਾਹਰ ਹੀ ਦਿੱਲੀ ਦੇ ਵਿੱਚ ਹੂੰ ਧਰਨਾ ਲਾਇਆ। ਉੱਥੇ ਉਹਨਾਂ ਨੇ ਰੋਸ ਮੁਜ਼ਾਹਰਾ ਕੀਤਾ। ਔਰ ਹੂੰ ਤੁਸੀਂ ਵੀ ਸੁਣਿਆ ਹੋਣਾ ਉਹ ਵੀਡੀਓ ਦੇ ਵਿੱਚ ਜਿਹੜੇ ਨਾਅਰੇ ਲਾਏ ਜਾ ਰਹੇ ਨੇ, ਨਾਅਰੇਬਾਜ਼ੀ ਨੇ ਦਿੱਲੀ ਗੂੰਜਣ ਲਾਤੀ ਸੀ। ਕਹਿੰਦੇ ਕਿਸਾਨਾਂ ਜੀ ਨੇ ਕਿਹਾ ਬਿਲਕੁਲ। ਮੋਦੀ ਸਰਕਾਰ ਮੁਰਦਾਬਾਦ, ਹੂੰ ਜੁਮਲਿਆਂ ਵਾਲੀ ਸਰਕਾਰ ਹੂੰ ਮੁਰਦਾਬਾਦ, ਸਾਡਾ ਹੱਕ ਇੱਥੇ ਰੱਖ, ਬਿਲਕੁਲ। ਇਦਾਂ ਦੇ ਨਾਅਰੇ ਜਿਹੜੇ ਉਹ ਲਾਏ ਸੀ। ਤੇ ਇਸ ਦੌਰਾਨ ਹੂੰ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਵੀ ਫਾੜ ਦਿੱਤੀਆਂ ਸੀ ਕਿਸਾਨਾਂ ਨੇ। ਹੂੰ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਖਬਰ ਇਹ ਵੀ ਮਿਲ ਰਹੀ ਸੀ ਕਿ ਕਿਤੇ ਨਾ ਕਿਤੇ ਪੁਲਿਸ ਡਿਟੇਨ ਕਰ ਸਕਦੀ ਹੈ ਪ੍ਰਦਰਸ਼ਨਕਾਰੀ ਹੂੰ ਕਿਸਾਨਾਂ ਨੂੰ, ਪਰ ਅਜਿਹਾ ਕੋਈ ਐਕਸ਼ਨ ਹੈ ਜਿਹੜਾ ਦਿੱਲੀ ਪੁਲਿਸ ਨੇ ਨਹੀਂ ਲਿਆ, ਕਿਉਂਕਿ ਹੂੰ ਕਿਸਾਨਾਂ ਦੇ ਰੋਹ ਨੂੰ ਸਾਰੇ ਸਮਝ ਚੁੱਕੇ ਨੇ ਜੀ ਕਿ ਇੱਕ ਪਾਕ ਸਾਫ਼ ਜਿਹੜਾ ਰੋਹ ਹੈ, ਬਿਲਕੁਲ ਆਪਣੇ ਹੱਕਾਂ ਦੇ ਲਈ ਇਹ ਸੰਘਰਸ਼ ਹੈ, ਇਹ ਥੰਮਣ ਵਾਲਾ ਹੈ ਨਹੀਂ। ਬਿਲਕੁਲ। ਸੋ ਇਸ ਤਰ੍ਹਾਂ ਜੀ। ਦਾ ਦਿੱਲੀ ਦੇ ਵਿੱਚ ਅੱਜ ਹੂੰ ਸਾਰਾ ਘਟਨਾਕ੍ਰਮ ਹੋਇਆ। ਜੀ। ਹਰਸ਼ਰਨ, ਇਸੇ ਲਈ ਪੰਜਾਬ ਦੇ ਸਾਰੇ ਕਹਿੰਦੇ ਸਿਆਸਤਦਾਨ, ਸਾਰੀਆਂ ਪਾਰਟੀਆਂ ਦੇ ਵੀ ਇਸ ਗੱਲ ਦੇ ਅਗੇਂਸਟ ਨੇ, ਉਹ ਵੀ ਨਿੰਦਾ ਕਰ ਰਹੇ ਨੇ ਕਿ ਜਿਹੜਾ ਮੋਦੀ ਸਰਕਾਰ ਨੂੰ ਇਸ ਤਰੀਕੇ ਨਾਲ ਨਹੀਂ ਕਰਨਾ ਚਾਹੀਦਾ ਸੀ, ਚਾਹੇ ਉਹ ਅਕਾਲੀ ਦਲ ਹੈ, ਕਾਂਗਰਸ ਹੈ, ਆਮ ਆਦਮੀ ਪਾਰਟੀ ਹੈ, ਈਵਨ ਕਿ ਸੁਖਬੀਰ ਬਾਦਲ ਵੀ ਇਸ ਗੱਲ ਦੇ ਬਹੁਤ ਖਿਲਾਫਤ ਕਰ ਰਹੇ ਨੇ। ਬਿਲਕੁਲ ਸ਼ਹਿਰੀ ਸਾਰਿਆਂ ਨੇ ਇਸ ਦੀ ਖਿਲਾਫਤ ਕੀਤੀ ਹੈ। ਤੇ ਸਭ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਕਿਸਾਨਾਂ ਦੀ ਕੱਲ ਨੂੰ ਮੀਟਿੰਗ ਵੀ ਹੋਣ ਵਾਲੀ ਹੈ। ਕਿਸਾਨਾਂ ਨੇ ਉੱਥੇ ਹੀ ਐਲਾਨ ਕਰ ਹੂੰ ਦਿੱਤਾ ਸੀ, ਕਿਸਾਨ ਜਥੇਬੰਦੀਆਂ ਨੇ, ਕਿ ਕੇਂਦਰ ਸਰਕਾਰ ਨੇ ਸਾਡੇ ਨਾਲ ਧੋਖਾ ਕੀਤਾ ਹੈ, ਸਾਨੂੰ ਹੂੰ ਗੁੰਮਰਾਹ ਕੀਤਾ ਹੈ, ਤੇ ਹੁਣ ਅਸੀਂ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ। ਤੇ ਜੀ। ਕੱਲ ਨੂੰ ਚੰਡੀਗੜ੍ਹ ਦੇ ਵਿੱਚ ਕਿਸਾਨ ਭਵਨ ਦੇ ਵਿੱਚ ਕਿਸਾਨ ਜਥੇਬੰਦੀਆਂ ਮੁੜ ਤੋਂ ਬੈਠਕ ਕਰ ਰਹੀਆਂ ਨੇ। ਸੰਘਰਸ਼ ਨੂੰ ਹੂੰ ਕੋਈ ਨਵੀਂ ਰੂਪਰੇਖਾ ਦਿੱਤੀ ਜਾ ਸਕਦੀ ਹੈ। ਹੂੰ ਤੇ ਜਿਹੜੀ ਤੁਸੀਂ ਵਿਰੋਧ ਦੀ ਗੱਲ ਕੀਤੀ ਹੈ ਪੰਜਾਬ ਦੇ ਸਿਆਸਤਦਾਨਾਂ ਦੇ ਵੱਲੋਂ, ਜ਼ਾਹਿਰ ਤੌਰ ਤੇ ਸਭ ਤੋਂ ਪਹਿਲਾਂ ਸੁਖਬੀਰ ਬਾਦਲ ਦਾ ਬਿਆਨ ਆਇਆ। ਉਹਨਾਂ ਨੇ ਕੰਡੈਮ ਕੀਤਾ ਕਿ ਜੋ ਕੇਂਦਰ ਨੇ ਕੀਤਾ ਹੈ ਉਹ ਬਿਲਕੁਲ ਹੀ ਪਿੱਠ 'ਚ ਛੁਰਾ ਮਾਰਨ ਵਾਲੀ ਗੱਲ ਹੈ। ਕਹਿੰਦੇ ਇੱਕ ਹੂੰ ਵੱਡਾ ਧੋਖਾ ਕਿਸਾਨਾਂ ਦੇ ਨਾਲ ਕੀਤਾ। ਕਿਸਾਨਾਂ ਨੂੰ ਦਿੱਲੀ ਬੁਲਾ ਕੇ ਉਹਨਾਂ ਦੇ ਨਾਲ ਗੱਲਬਾਤ ਨਾ ਕਰਨੀ ਇੱਕ ਅਪਮਾਨ ਹੈ। ਜਿਹੜੇ ਕਾਂਗਰਸ ਦੇ ਲੀਡਰ ਹੈਗੇ ਨੇ, ਕੈਬਨਿਟ ਮੰਤਰੀ, ਜਿਹੜੇ ਕਮੇਟੀ ਦੇ ਵੀ ਮੈਂਬਰ ਨੇ, 3 ਮੈਂਬਰੀ ਕਮੇਟੀ ਜਿਹੜੀ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਬਣਾਈ ਹੈ ਕੈਪਟਨ ਹੂੰ ਸਰਕਾਰ ਨੇ, ਹੂੰ ਸੁਖਬਿੰਦਰ ਸਿੰਘ ਸਰਕਾਰੀਆ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ, ਇਹਨਾਂ ਨੇ ਸਾਂਝੇ ਤੌਰ ਤੇ ਬਿਆਨ ਦਿੱਤਾ ਹੈ। ਹੂੰ ਕਾਂਗਰਸ ਨੇ ਕਿਹਾ ਕਿ ਇਹ ਪੂਰੇ ਪੰਜਾਬ ਦਾ ਅਪਮਾਨ ਹੈ। ਕਿਸਾਨਾਂ ਨੂੰ ਦਿੱਲੀ ਬੁਲਾ ਕੇ ਉਹਨਾਂ ਦੇ ਨਾਲ ਗੱਲਬਾਤ ਨਾ ਕਰਨਾ ਢੰਗ ਦੇ ਨਾਲ, ਇਹ ਇਕੱਲੇ ਕਿਸਾਨਾਂ ਦਾ ਨਹੀਂ, ਸਾਰੇ ਪੰਜਾਬ ਦਾ ਅਪਮਾਨ ਕੀਤਾ ਹੈ ਕੇਂਦਰ ਦੀ ਬੀਜੇਪੀ ਸਰਕਾਰ ਨੇ। ਹੂੰ ਹਰਸਿਮਰਤ ਕੌਰ ਬਾਦਲ, ਜਿਹੜੇ ਕਿ ਉਸੇ ਸਰਕਾਰ ਦੇ ਵਿੱਚ ਮੰਤਰੀ ਵਜ਼ੀਰ ਰਹੇ ਨੇ, ਹੁਣ ਅਸਤੀਫਾ ਦਿੱਤਾ ਕਿਸਾਨਾਂ ਦੇ ਮੁੱਦੇ ਤੇ। ਜੀ। ਹਰਸਿਮਰਤ ਬਾਦਲ ਨੇ ਵੀ ਕਿਹਾ, ਕਹਿੰਦੀ ਮੈਨੂੰ ਹਲੇ ਵੀ ਵਿਸ਼ਵਾਸ ਸੀਗਾ ਕਿ ਕਿਸਾਨਾਂ ਨੂੰ ਦਿੱਲੀ ਬੁਲਾਇਆ ਹੈ ਤੇ ਚੰਗੇ ਤਰੀਕੇ ਨਾਲ ਕੋਈ ਨਾ ਕੋਈ ਗੱਲ ਕਰੂਗੀ ਮੋਦੀ ਸਰਕਾਰ, ਤੇ ਕੋਈ ਨਾ ਕੋਈ ਹੱਲ ਕੱਢੂਗੀ। ਪਰ ਕਹਿੰਦੇ ਅੱਜ ਤਾਂ ਬਿਲਕੁਲ ਹੀ ਇਹਨਾਂ ਦੀ ਨੀਅਤ ਹੈ ਜਿਹੜੀ ਉਹ ਸਾਫ਼ ਹੋ ਚੁੱਕੀ ਹੈ ਕਿ ਇਹਨਾਂ ਨੇ ਮੇਰੀ ਗੱਲ ਵੀ ਨਹੀਂ ਸੁਣੀ ਹੈਗੀ, ਤੇ ਹੁਣ ਕਿਸਾਨਾਂ ਨੂੰ ਬੁਲਾ ਕੇ ਉਹਨਾਂ ਦੀ ਗੱਲ ਬਿਲਕੁਲ ਵੀ ਨਹੀਂ ਸੁਣੀ ਹੈਗੀ। ਸੋ ਪੂਰਾ ਹੂੰ ਕੰਡੈਮ ਕੀਤਾ ਹੈ ਇਸ ਸਾਰੀ ਕਾਰਵਾਈ ਨੂੰ। ਤੇ ਕੇਂਦਰ ਦੀ ਕਾਰਵਾਈ ਤੋਂ ਹਰ ਕੋਈ ਹੈਰਾਨ ਵੀ ਹੈ ਕਿ ਜੀ। ਕੱਲ ਉਹਨਾਂ ਨੇ ਮੰਥਨ ਬੈਠਕ ਵੀ ਕੀਤੀ ਕਿ ਹੂੰ ਕੱਲ ਨੂੰ ਕਿਸਾਨਾਂ ਦੇ ਨਾਲ ਮੀਟਿੰਗ ਕਰਨੀ ਹੈ, ਉਸ ਤੋਂ ਪਹਿਲਾਂ ਆਪਾਂ ਕੋਈ ਚਰਚਾ ਕਰ ਲਈਏ ਕੀ ਕਿਸਾਨਾਂ ਦੇ ਨਾਲ ਗੱਲਬਾਤ ਕਰਨੀ ਹੈ। ਹੂੰ ਉਹਦੇ ਵਿੱਚ ਨਰਿੰਦਰ ਸਿੰਘ ਤੋਮਰ ਵੀ ਸ਼ਾਮਲ ਸੀਗੇ, ਰਾਜਨਾਥ ਸਿੰਘ ਜਿਹੜੇ ਕੈਬਨਿਟ ਮੰਤਰੀ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਇਹ ਬੈਠਕ ਹੋਈ। ਹੂੰ ਪਰ ਅੱਜ ਕੋਈ ਵੀ ਨਹੀਂ ਪਹੁੰਚਿਆ। ਬੜੀ ਹੈਰਾਨੀ ਦੀ ਗੱਲ ਹੈ ਕਿ ਤੁਸੀਂ ਕਿਸਾਨਾਂ ਨੂੰ ਬੁਲਾ ਰਹੇ ਹੋ, ਇਹ ਤੁਹਾਨੂੰ ਇਹ ਵੀ ਕਿਸ ਚੀਜ਼ ਪਤਾ ਵੀ ਵੱਲ ਇਸ਼ਾਰਾ ਕਿਸਾਨਾਂ ਦਾ ਕਰਦੀ ਹੈ? ਰੋਹ ਇਹ ਕਿਸ ਲੈਵਲ ਅਣਗਹਿਲੀ ਤੇ ਜਿਹੜੀ ਹੈ ਪਹੁੰਚਿਆ ਹੋਇਆ। ਹਰਸ਼ਰਨ, ਇਹ ਜਿਹੜੀ ਅਣਗਹਿਲੀ ਹੈ, ਇਹ ਜਿਹੜਾ ਵਤੀਰਾ ਅਪਣਾਇਆ ਗਿਆ ਕੇਂਦਰ ਸਰਕਾਰ ਦੇ ਵੱਲੋਂ, ਇਹ ਕਿਸ ਚੀਜ਼ ਵੱਲ ਇਸ਼ਾਰਾ ਕਰ ਰਿਹਾ ਹੈ? ਸ਼ਹਿਰੀ ਦੇਖੀਏ, ਜੇ ਕਿਸਾਨਾਂ ਦੇ ਰੋਹ ਵੱਲ ਦੇਖੀਏ ਤਾਂ ਇਹ ਕੇਂਦਰ ਸਰਕਾਰ ਨੂੰ ਕਹਿੰਦੇ ਬੜਾ ਮਹਿੰਗਾ ਪੈਣ ਵਾਲਾ ਹੈ। ਹੂੰ ਕਿਸਾਨਾਂ ਦਾ ਰੋਹ ਹੁਣ ਹੋਰ ਭਖ ਜਾਣਾ ਹੈ। ਕਿਸਾਨਾਂ ਦਾ ਰੋਹ ਹੁਣ ਦੇਸ਼ ਵਿਆਪੀ ਰੂਪ ਲੈਣ ਵਾਲਾ ਹੈ, ਕਿਉਂਕਿ ਕੱਲ ਵੀ ਕਿਸਾਨ ਜਥੇਬੰਦੀਆਂ ਨੇ ਸਪਸ਼ਟ ਕਰ ਦਿੱਤਾ ਸੀ ਕਿ ਅਸੀਂ ਇਸ ਸੰਘਰਸ਼ ਨੂੰ ਅੱਗੇ ਵਧਾਵਾਂਗੇ ਜੇ ਕੇਂਦਰ ਸਰਕਾਰ ਸਾਡੀ ਕੋਈ ਵੀ ਗੱਲ ਨਹੀਂ ਮੰਨਦੀ। ਜੀ। ਸੋ ਜੇ ਕੇਂਦਰ ਸਰਕਾਰ ਦੀ ਗੱਲ ਕਰ ਲਈਏ ਤਾਂ ਉਹ ਤਾਂ ਸਮਝੋ ਬਾਹਰ ਹੈ, ਜਾਂ ਫਿਰ ਉਹਨਾਂ ਦਾ ਬਸ ਇੱਕੋ ਹੀ ਲਾਈਨ ਖਿੱਚਤੀ ਉਹਨਾਂ ਨੇ, ਜਿਵੇਂ ਹੂੰ ਕਰਦੀਆਂ ਹੁੰਦੀਆਂ ਸਰਕਾਰਾਂ, ਤਾਨਾਸ਼ਾਹੀ ਰਵੱਈਆ ਕਿ ਹਾਂਜੀ ਅਸੀਂ ਕਾਨੂੰਨ ਬਣਾਤਾ, ਹੂੰ ਲੋਕ ਚਾਹੇ ਲੜੀ ਜਾਣ, ਮਰੀ ਜਾਣ, ਸੰਘਰਸ਼ ਜਾਣ, ਲੋਕ ਥੋੜਾ ਸੰਘਰਸ਼ ਦੇ ਵਿੱਚ ਮਰਨਗੇ, ਇਸ ਤਰ੍ਹਾਂ ਦੀ ਜਿਹੜੀ ਸੋਚ ਦੇ ਨਾਲ ਕਿ ਹਾਂਜੀ ਕਾਨੂੰਨ ਅਸੀਂ ਬਣਾਤਾ, ਆਪੇ ਹੀ ਹੂੰ ਰੌਲਾ ਪਾ ਕੇ ਚੁੱਪ ਕਰਕੇ ਬਹਿ ਜਾਣਗੇ ਤੇ ਕਾਨੂੰਨ ਅਸੀਂ ਜਿਹੜਾ ਬਣਾਤਾ ਇਹਨੂੰ ਅਸੀਂ ਰੱਦ ਕਰਨਾ ਨਹੀਂ। ਹੁਣ ਤੱਕ ਰਵੱਈਆ ਇਹੀ ਦਿਖ ਰਿਹਾ ਹੈ ਕੇਂਦਰ ਸਰਕਾਰ ਦਾ, ਬਿਨਾਂ ਸ਼ੱਕ ਇਹ ਦਿਖ ਰਿਹਾ ਹੈ।
ਅੱਜ ਹਰਿਆਣੇ ਦੀ ਜੇ ਗੱਲ ਕਰ ਲਈਏ, ਉੱਥੇ ਅੰਬਾਲਾ ਦੇ ਵਿੱਚ ਅੱਜ ਬੀਜੇਪੀ ਦੇ ਲੀਡਰ ਨੇ ਜਿਹੜੇ ਟਰੈਕਟਰ ਰੈਲੀ ਕੱਢ ਰਹੇ ਸੀ, ਸਮਝਾਉਣ ਗਏ ਸੀ ਕਿਸਾਨਾਂ ਨੂੰ ਕਿ ਕਾਨੂੰਨ ਤੁਹਾਡੇ ਲਈ ਸਹੀ ਨੇ। ਉੱਥੇ ਕਿਸਾਨਾਂ ਨੇ ਜ਼ਬਰਦਸਤ ਵਿਰੋਧ ਕੀਤਾ, ਸੜਕ ਦੇ ਜੀ ਮੂਹਰੇ, ਸੜਕ ਦੇ ਵਿੱਚ, ਬਿਲਕੁਲ ਵਿੱਚ ਵਿਚਾਲੇ ਸੜਕ ਦੇ ਉਹਨਾਂ ਦੇ ਟਰੈਕਟਰਾਂ ਦੇ ਮੂਹਰੇ ਕਿਸਾਨ ਲੰਮੇ ਪੈ ਗਏ ਸੀਗੇ, ਕਿਸਾਨ ਨੌਜਵਾਨ ਖਾਸ ਕਰਕੇ। ਤੇ ਬੀਜੇਪੀ ਲੀਡਰ ਛਿੱਥੇ ਪੈ ਗਏ ਸੀ। ਉਹਨਾਂ ਨੇ ਕਿਹਾ, ਕਾਂਗਰਸ ਦੇ ਉੱਤੇ ਸਿੱਟਤੀ ਗੱਲ, ਕਹਿੰਦੇ ਕਿਸਾਨਾਂ ਨੇ ਨਹੀਂ ਸਾਡਾ ਵਿਰੋਧ ਕੀਤਾ, ਇਹ ਤਾਂ ਕਾਂਗਰਸ ਵਾਲੇ ਕਰ ਰਹੇ ਨੇ। ਯਾਨੀ ਕਿ ਵਾਰੀ-ਵਾਰੀ ਇਹਨਾਂ ਕਿਸਾਨਾਂ ਨੂੰ ਕਾਂਗਰਸ ਦੇ ਜਿਹੜੇ ਪਿੱਠੂ ਦੱਸੀ ਜਾਂਦੇ ਨੇ, ਕਿ ਕਾਂਗਰਸ ਦੇ ਪਿੱਛੇ ਲੱਗ ਕੇ ਇਹ ਵਿਰੋਧ ਕਰੀ ਜਾਂਦੇ ਨੇ। ਤੇ ਉੱਥੇ ਜਿਹੜੇ ਅੰਬਾਲਾ ਦੇ ਵਿੱਚ ਹੈਰਾਨੀ ਹੁੰਦੀ ਹੈ ਬੀਜੇਪੀ ਲੀਡਰਾਂ ਦੀ ਗੱਲ ਸੁਣ ਕੇ। ਇੱਕ ਬੀਜੇਪੀ ਲੀਡਰ ਕਹਿ ਰਹੇ ਸੀ ਕਿ ਦੇਸ਼ ਦਾ ਸਾਰਾ ਕਿਸਾਨ ਹੈ ਜਿਹੜਾ, ਉਹ ਮੋਦੀ ਦੇ ਨਾਲ ਖੜਾ ਹੈ, ਪਰ ਪੰਜਾਬ ਦੇ ਵਿੱਚ ਤਾਂ ਇੱਕ ਵੀ ਕਿਸਾਨ ਮੋਦੀ ਨਾਲ ਨਹੀਂ ਖੜਾ। ਪੰਜਾਬ ਦੇ ਇਹ ਵਿੱਚ ਦਾਵਾ ਤਾਂ ਕਈ ਕਿਸਾਨ ਵਾਰੀ ਪਿਆਰ ਹਰਸ਼ਰਨ, ਨਹੀਂ। ਜਦੋਂ ਸਰਕਾਰ ਬਣੀ ਜਾਂ ਸਰਕਾਰ ਬਣਨ ਵਾਲੀ ਸੀ, ਇਹ ਦਾਵਾ ਤਾਂ ਉਦੋਂ ਤੋਂ ਹੀ ਮੋਦੀ ਸਰਕਾਰ ਕਰ ਰਹੀ ਹੈ ਕਿ ਸਾਰੇ ਦੇਸ਼ ਦਾ ਜਿਹੜਾ ਕਿਸਾਨ ਹੈ ਉਹ ਬੀਜੇਪੀ ਦੇ ਨਾਲ ਖੜਾ ਹੈ, ਸਰਕਾਰ ਦੇ ਨਾਲ ਖੜਾ ਹੈ। ਬਿਲਕੁਲ ਸ਼ਹਿਰੀ, ਬਿਲਕੁਲ। ਇਹ ਮਤਲਬ ਪਤਾ ਨਹੀਂ, ਹੈਰਾਨੀ ਹੁੰਦੀ ਹੈ ਕਿ ਦਾਅਵਿਆਂ ਦੇ ਵਿੱਚ, ਬਿਆਨਾਂ ਦੇ ਵਿੱਚ ਇੰਨੇ ਝੂਠ ਬੋਲਦੇ ਨੇ ਲੀਡਰ। ਜੋ ਸਾਨੂੰ ਅੱਖਾਂ ਦੇ ਨਾਲ ਦਿਖ ਰਿਹਾ ਹੈ, ਉਹਨੂੰ ਕਿੱਦਾਂ ਅੱਖੋਂ ਪਰੋਖੇ ਕਰਕੇ, ਪਤਾ ਨਹੀਂ ਕਿਹੜੇ ਸੁਪਨਿਆਂ ਦੇ ਵਿੱਚ ਰਹਿੰਦੇ ਨੇ ਇਹ ਲੀਡਰ, ਇਸ ਤਰੀਕੇ ਦੇ ਨਾਲ ਬਿਆਨ ਦਿੰਦੇ ਨੇ। ਉੱਥੇ ਕਿਸਾਨ ਤੁਹਾਡਾ ਵਿਰੋਧ ਕਰ ਰਹੇ ਨੇ, ਤੁਸੀਂ ਇਹ ਬਿਆਨ ਦੇ ਰਹੇ ਹੋ ਕਿ ਕਿਸਾਨ ਮੋਦੀ ਸਾਹਿਬ ਦੇ ਨਾਲ ਖੜਾ ਹੈ। ਮੋਦੀ ਸਾਹਿਬ ਨੇ ਜੋ ਕੀਤਾ ਕਿਸਾਨਾਂ ਦੇ ਲਈ, ਅੱਜ ਤੱਕ ਕਿਸੇ ਨੇ ਨਹੀਂ ਕੀਤਾ ਸੀ। ਸੋ ਇਸ ਤਰ੍ਹਾਂ ਦੀਆਂ ਗੱਲਾਂ ਨੇ। ਸੋ ਜਿਹੜੇ ਤੁਸੀਂ ਰਵੱਈਏ ਦੀ ਗੱਲ ਕਰ ਰਹੇ ਸੀਗੇ, ਕਿ ਮੋਦੀ ਸਰਕਾਰ ਦਾ ਰਵੱਈਆ ਤਾਂ ਇਹੀ ਦੱਸਦਾ ਹੈ ਕਿ ਇਹ ਕਾਨੂੰਨ ਰੱਦ ਕਰਨ ਵਾਲੇ ਹੈ ਨਹੀਂ। ਤੇ ਜੋ ਕਿਸਾਨਾਂ ਦਾ ਰੌਂ ਹੈਗਾ, ਕਿਸਾਨ ਹੁਣ ਮਤਲਬ ਸੰਘਰਸ਼ ਦੇ ਵਿੱਚ ਇੰਨੇ ਕੁ ਰੰਗੇ ਗਏ ਨੇ ਕਿ ਉਹ ਕਹਿੰਦੇ ਕਿ ਅਸੀਂ ਜੇ ਪਿੱਛੇ ਮੁੜਾਂਗੇ ਫਿਰ ਤਾਂ ਅਸੀਂ ਮਰਨਾ ਹੀ ਮਰਨਾ ਹੈ। ਅੱਗੇ ਮੁੜਾ, ਜੇ ਅਸੀਂ ਅੱਗੇ ਵਧਾਂਗੇ ਸਾਡੇ ਚੋਂ ਅੱਧੇ ਮਰ ਜਾਣਗੇ, ਅੱਧੇ ਤਾਂ ਖੜੇ ਹੀ ਰਹਿਣਗੇ, ਕੁਛ ਨਾ ਕੁਛ ਤਾਂ ਜੀ ਲੈ ਬਿਲਕੁਲ। ਡੁੱਬਣਗੇ। ਸੋ ਉਹ ਹੁਣ ਪੂਰੀ ਦੂਰ ਅੰਦੇਸ਼ੀ ਸੋਚ ਦੇ ਨਾਲ ਚੱਲ ਰਹੇ ਨੇ। ਤੇ ਇਹ ਜਿਹੜਾ, ਜੇ ਮੋਦੀ ਸਰਕਾਰ ਨਹੀਂ ਝੁਕਦੀ ਹੈਗੀ, ਤੇ ਰੋਹ ਹੈ ਜਿਹੜਾ ਉਹ ਦੇਸ਼ ਵਿਆਪੀ ਤੌਰ ਤੇ ਦੇਖਣ ਨੂੰ ਜੀ ਮਿਲੂਗਾ। ਹੋਰ ਹਰਸ਼ਰਨ, ਅਜਿਹੇ ਸੂਬਿਆਂ ਦੇ ਦੇ ਵਿੱਚ ਜਿਹੜੇ ਇੱਕ ਹੋਰ ਚਿੰਤਾ ਵਾਲੀ ਗੱਲ ਇਹ ਹੈ ਕਿ ਜਿਹੜਾ ਕਈ ਦਿਨਾਂ ਤੋਂ ਕਿਹਾ ਜਾ ਰਿਹਾ ਸੀ ਕਿ ਕਿਸਾਨ ਟਰੈਕਾਂ ਤੋਂ ਹਟਣ, ਰੇਲਵੇ ਟਰੈਕ ਜਿਹੜੇ ਉਹ ਖੋਲ ਦੇਣ, ਤਾਂ ਕਿ ਜਿਹੜਾ ਕਈ ਅਨਾਜ ਜਿਹੜਾ ਪੰਜਾਬ ਨੂੰ ਆਉਣ ਵਾਲਾ ਜਾਂ ਇਸ ਇਲਾਕੇ ਦੇ ਵਿੱਚ ਜਾਂ ਇਸੇ ਟਰੈਕ ਤੋਂ ਹੋਰ ਥਾਵਾਂ ਨੂੰ ਜਾਣ ਵਾਲਾ, ਉਸ ਦੇ ਵਿੱਚ ਵੀ ਦਿੱਕਤ ਆ ਰਹੀ ਹੈ। ਪਰ ਕਿਸਾਨ ਮੰਨ ਨਹੀਂ ਰਹੇ, ਕਿਉਂਕਿ ਕਿਸਾਨ ਆਪਣੇ ਅੰਦੋਲਨ 'ਚ ਜੁਟੇ ਹੋਏ ਨੇ। ਸਰਕਾਰ ਕੋਈ ਉਹਨਾਂ ਦੀ ਗੱਲ ਨੂੰ ਅੱਗੇ ਤੋਰ ਨਹੀਂ ਰਹੀ, ਕੋਈ ਹੱਲ ਨਹੀਂ ਇਸ ਚੀਜ਼ ਦਾ ਕੱਢ ਰਹੀ। ਅਜਿਹੇ ਦੇ ਵਿੱਚ ਅੱਗੇ ਅਨਾਜ ਵੀ ਕਾਫੀ ਦਿੱਕਤ ਕਰ ਸਕਦਾ ਹੈ, ਮਤਲਬ ਇੱਕ ਹੋਰ ਤਰ੍ਹਾਂ ਦਾ ਕ੍ਰਾਈਸਿਸ ਜਿਹੜਾ ਸਿਰ ਤੇ ਮੰਡਰਾਉਣ ਲੱਗ ਗਿਆ ਹੈ। ਬਿਲਕੁਲ ਸ਼ਹਿਰੀ, ਇਹ ਜਿਹੜਾ ਕੈਪਟਨ ਸਾਹਿਬ ਦੀ ਸਰਕਾਰ ਹੈ, ਉਹ ਪੂਰੇ ਮਤਲਬ ਕਹਿ ਸਕਦੇ ਹਾਂ ਕਿ ਪੂਰੀ ਹਾਈਪ ਕ੍ਰੀਏਟ ਕਰ ਰਹੀ ਹੈ ਇਸ ਮਸਲੇ ਦੀ, ਕਿ ਪੰਜਾਬ ਦੇ ਵਿੱਚ ਖਾਦ ਪਦਾਰਥਾਂ ਦੀ ਕਮੀ ਆਉਣ ਵਾਲੀ ਹੈ, ਪੰਜਾਬ ਦੇ ਵਿੱਚ ਪੈਟਰੋਲ ਡੀਜ਼ਲ ਖਤਮ ਹੋਣ ਵਾਲਾ ਹੈ, ਕੋਲਾ ਖਤਮ ਹੋਣ ਵਾਲਾ ਹੈ, ਬਿਜਲੀ ਸਪਲਾਈ ਠੱਪ ਹੋ ਜੂਗੀ, ਬਲੈਕ ਆਊਟ ਹੋ ਜੂਗਾ। ਇਹ ਜਿਹੜਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਕਹਿ ਚੁੱਕੇ ਨੇ ਤੇ ਕੈਪਟਨ ਸਰਕਾਰ ਵੀ ਕਹਿ ਚੁੱਕੀ ਹੈ। ਕਿਸਾਨਾਂ ਨੇ ਅੰਦੋਲਨ ਖਤਮ ਕਰਨ ਦੀ ਅਪੀਲ ਕੀਤੀ ਹੈ ਕੈਪਟਨ ਸਾਹਿਬ ਨੇ, ਤਾਂ ਕਿਸਾਨਾਂ ਨੇ ਸਾਫ਼ ਕਰ ਦਿੱਤਾ ਸੀ ਵੀ 15 ਅਕਤੂਬਰ ਤੱਕ ਵੇਟ ਕਰੋ, ਉਦੋਂ ਬਾਅਦ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ। ਕੱਲ ਨੂੰ ਕਿਸਾਨਾਂ ਦੀ ਬੈਠਕ ਹੋਣੀ ਹੈ, ਉਹਦੇ ਵਿੱਚ ਕੋਈ ਨਾ ਕੋਈ ਫੈਸਲਾ ਲੈ ਸਕਦੇ ਨੇ। ਤੇ ਕੈਪਟਨ ਸਰਕਾਰ ਨੇ ਵੀ ਹੁਣ ਕਿਸਾਨਾਂ ਦੇ ਰੋਹ ਦੇ ਮੂਹਰੇ ਥੋੜਾ ਜਿਹਾ ਕੈਪਟਨ ਸਰਕਾਰ ਝੁਕਦੀ ਦਿਖਾਈ ਦਿੰਦੀ ਹੈ। ਇਸ ਲਈ ਕੈਪਟਨ ਸਾਹਿਬ ਨੇ ਕੈਬਨਿਟ ਵੀ ਅੱਜ ਦੀ ਮੀਟਿੰਗ ਕੈਬਨਿਟ ਬੈਠਕ ਦੇ ਵਿੱਚ ਜਿਹੜਾ ਇਜਲਾਸ ਬੁਲਾ ਲਿਆ 19 ਅਕਤੂਬਰ 19 ਨੂੰ, ਅਕਤੂਬਰ ਸਪੈਸ਼ਲ ਨੂੰ ਜੀ। ਇਜਲਾਸ ਹੈ ਜਿਹੜਾ ਉਹ ਬੁਲਾ ਲਿਆ, ਤੇ ਖਾਸ ਕਰਕੇ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਬੁਲਾਇਆ। ਤੇ ਜੀ ਜਿਹੜੀ ਤੁਸੀਂ ਕਮੀ ਦੀ ਗੱਲ ਕਹਿ ਰਹੇ, ਦੇ ਵਿੱਚ ਪੰਜਾਬ ਦੇ ਵਿੱਚ ਇਹ ਕ੍ਰਾਈਸਿਸ ਆ ਸਕਦਾ ਹੈ। ਸਭ ਤੋਂ ਪਹਿਲੀ ਗੱਲ, ਜਿਹੜਾ ਵੱਡੀਆਂ ਖਬਰਾਂ ਆ ਰਹੀਆਂ ਨੇ ਕਿ ਖਤਮ ਹੋ ਜਾਊਗਾ ਤੇ ਬਿਜਲੀ ਸਪਲਾਈ ਠੱਪ ਹੋ ਜਾਊਗੀ। ਜੇ ਆਪਾਂ ਹਕੀਕਤ ਦੇਖ ਲਈਏ ਸ਼ਹਿਰੀ, ਤਾਂ ਜਿੰਨੇ ਵੀ ਪੰਜਾਬ ਦੇ ਵਿੱਚ ਥਰਮਲ ਪਲਾਂਟ ਨੇ, ਉਹ ਜੇ ਬੰਦ ਹੋ ਜਾਣ ਤਾਂ ਪੰਜਾਬ ਕੌਮੀ ਗ੍ਰਿਡ ਤੋਂ ਬਿਜਲੀ ਜਿਹੜੀ ਉਹ ਮਿਲਦੀ ਰਹੂਗੀ। ਕੌਮੀ ਗ੍ਰਿਡ ਤੋਂ ਬਿਜਲੀ ਸਸਤੀ ਵੀ ਮਿਲਦੀ ਹੈ ਤੇ ਮੁਫਤ ਵੀ ਮਿਲਦੀ ਹੈ। ਸੋ ਇਹ ਜਿਹੜੀ ਇੱਕ ਜਿਹੜੇ ਪਾਵਰ ਅਧਿਕਾਰੀ ਨੇ, ਉਹ ਭਾਵੇਂ ਕੁਛ ਮਰਜ਼ੀ ਕਹੇ, ਹਕੀਕਤ ਹੈ ਪੰਜਾਬ ਦੇ ਜਿਹੜੇ ਸਮਝਾਏ ਹੋਏ ਨੇ ਬਿਜਲੀ ਨੂੰ ਲੈ ਕੇ। ਕੌਮੀ ਗ੍ਰਿਡ ਤੋਂ ਬਿਜਲੀ ਹੈ ਜਿਹੜੀ ਉਹ ਸਪਲਾਈ ਆਉਣ ਦੇ ਨਾਲ ਪੰਜਾਬ ਵਿੱਚ ਜੇ ਅੱਜ ਵੀ ਸਮਲ ਬੰਦ ਹੋ ਜਾਂਦੇ ਨੇ ਤਾਂ 2000 ਤੱਕ ਪੰਜਾਬ ਦੇ ਵਿੱਚ ਖਤਮ ਹੋ ਹੀ ਨਹੀਂ। ਸੋ ਇਹ ਜਿਹੜੀਆਂ ਜਾਣਕਾਰੀਆਂ ਨੇ ਆਮ ਲੋਕਾਂ ਨੂੰ ਨਹੀਂ ਹੁੰਦੀਆਂ, ਪਰ ਜਦੋਂ ਫੈਕਟਸ ਐਂਡ ਫਿਗਰਸ ਕੱਢ ਕੇ ਲਿਆਉਣੇ ਆ ਤਾਂ ਹਕੀਕਤ ਕੁਝ ਹੋਰ ਹੁੰਦੀ ਹੈ। ਦੂਸਰੇ ਪਾਸੇ ਦੀ ਹੈ ਯੂਰੀਆ ਦੀ, DAP ਦੀ, ਜਾਂ ਜਿੰਨੇ ਵੀ ਖਾਦ ਪਦਾਰਥ ਨੇ ਸੂਬਿਆਂ ਦੇ ਵਿੱਚ ਇੱਧਰੋਂ ਉੱਧਰ ਜਾਂਦੇ ਨੇ, ਇੰਪੋਰਟ ਐਕਸਪੋਰਟ ਹੁੰਦੇ ਨੇ, ਉਹਨਾਂ ਦੀ ਜੇ ਗੱਲ ਕਰ ਲਈਏ ਤਾਂ ਉਹਨਾਂ ਦੇ ਵਿੱਚ ਵੀ ਹਕੀਕਤ ਇਹੀ ਹੈ ਕਿ ਜੇ ਸਿਰਫ ਟ੍ਰੇਨਾਂ ਬੰਦ ਨੇ ਤਾਂ ਜਿਹੜਾ ਇਹ ਖਾਦ ਪਦਾਰਥ ਟਰੱਕਾਂ ਦੇ ਰਾਹੀਂ, ਬਾਰਡਰ ਦੇ ਰਾਹੀਂ ਆਉਂਦੇ ਨੇ। ਸੜਕਾਂ ਤਾਂ ਅਸੀਂ ਬੰਦ ਹੀ ਨਹੀਂ ਕੀਤੀਆਂ, ਅਸੀਂ ਸਿਰਫ ਰੇਲਾਂ ਬੰਦ ਕੀਤੀਆਂ ਨੇ,
ਟੋਲ ਪਲਾਜ਼ਿਆਂ ਦੇ ਉੱਤੇ ਧਰਨੇ ਲਾਏ ਨੇ, ਸਿਰਫ ਅਸੀਂ ਨਹੀਂ ਲੈਣ ਦਿੰਦੇ, ਪਰ ਅਸੀਂ ਕੋਈ ਵਾਹਨ ਨਹੀਂ ਰੋਕ ਰਹੇ। ਵਾਹਨ ਤਾਂ ਰੁਕ ਨਹੀਂ ਰਹੇ, ਸੜਕਾਂ ਚੱਲ ਰਹੀਆਂ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਸੋ ਟਰੱਕਾਂ ਦੇ ਰਾਹੀਂ, ਸਰਹੱਦਾਂ ਦੇ ਰਾਹੀਂ, ਬਾਰਡਰ ਨੇ ਜਿਹੜੇ ਇੱਕ ਦੂਸਰੇ ਸੂਬਿਆਂ ਵਿੱਚ, ਉਹਨਾਂ ਦੇ ਵਿੱਚੋਂ ਵਪਾਰ ਹੈ ਜਿਹੜਾ, ਉਹਦੀ ਸਪਲਾਈ ਬੜੇ ਸੌਖੇ ਤਰੀਕੇ ਦੇ ਨਾਲ ਹੋ ਸਕਦੀ ਹੈ। ਕਿਸਾਨ ਇਲਜ਼ਾਮ ਇਹ ਲਾਉਂਦੇ ਨੇ ਕਿ ਸਾਡੇ ਸੰਘਰਸ਼ ਨੂੰ ਤੋੜਨ ਦੀ ਖਾਤਰ ਸਰਕਾਰ ਇਹੋ ਜਿਹੀ ਘਬਰਾਹਟ ਵਾਲੇ ਬਿਆਨ ਦੇ ਰਹੀ ਹੈ ਕਿ ਪੰਜਾਬ ਦੇ ਲੋਕ ਨੇ ਜਿਹੜੇ ਉਹ ਘਬਰਾ ਜਾਣ ਅਤੇ ਕਿਸਾਨਾਂ ਦਾ ਸੰਘਰਸ਼ ਜਿਹੜਾ ਥੋੜਾ ਜਿਹੜਾ ਉਹ ਪੈ ਜਾਵੇ। ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਖਾਦ ਪਦਾਰਥਾਂ ਦੀ ਕਮੀ ਹੈ, ਉਹ ਤਾਂ ਆਏਗੀ ਹੀ, ਕਿਉਂਕਿ ਰੇਲਾਂ ਠੱਪ ਹੋਣ ਦੇ ਨਾਲ ਸਪਲਾਈ ਦੇ ਵਿੱਚ ਥੋੜੀ ਜਿਹੜੀ ਘਾਟ ਆਉਂਦੀ ਹੈ, ਥੋੜਾ ਸਲੋ ਡਾਊਨ ਹੋ ਜਾਂਦੀ ਹੈ। ਸਪਲਾਈ ਚੇਨ ਹੈ ਜਿਹੜੀ ਉਹ ਪ੍ਰਭਾਵਿਤ ਜ਼ਰੂਰ ਹੁੰਦੀ ਹੈ। ਜਿਵੇਂ ਹੁਣ ਮੰਡੀਆਂ ਦੇ ਵਿੱਚ ਝੋਨਾ ਆ ਰਿਹਾ ਹੈਗਾ, ਪਹਿਲਾਂ ਗੋਦਾਮਾਂ ਝੋਨਾ ਪਿਆ ਸੀ, ਉਹ ਜੇ ਪਹਿਲਾਂ ਬਾਹਰ ਹੀ ਨਹੀਂ ਨਿਕਲੂਗਾ ਤੇ ਫਿਰ ਨਵਾਂ ਕਿਵੇਂ ਭਰਿਆ ਜਾਊਗਾ। ਸੋ ਮੰਡੀਆਂ ਵੀ ਭਰ ਜਾਣਗੀਆਂ, ਉੱਥੋਂ ਲਿਫਟਿੰਗ ਨਹੀਂ ਹੋਊਗੀ ਅਨਾਜ ਦੀ। ਇਹੋ ਜਿਹੀਆਂ ਸਮੱਸਿਆਵਾਂ ਜ਼ਰੂਰ ਆਉਣਗੀਆਂ, ਪਰ ਏਦਾਂ ਦੀ ਕੋਈ ਬਾਹਲੀ ਵੱਡੀ ਸਮੱਸਿਆ ਨਹੀਂ ਆਪਾਂ ਕਹਿ ਸਕਦੇ ਕਿ ਪੰਜਾਬ ਦੇ ਵਿੱਚ ਤਰਾਹੀ ਮੱਚ ਜਾਵੇ। ਇਸ ਤਰ੍ਹਾਂ ਦਾ ਕੁਛ ਨਹੀਂ ਹੋਣ ਵਾਲਾ, ਲੋਕ ਭੁੱਖੇ ਨਹੀਂ ਮਰਨ ਵਾਲੇ। ਬਿਜਲੀ ਸਪਲਾਈ ਹੈ ਜਿਹੜੀ, ਉਹ ਬਲੈਕ ਆਊਟ ਦੀ ਜਿਹੜੀ ਗੱਲ ਕਹਿ ਰਹੇ ਨੇ, ਜੇ ਫੈਕਟਸ ਆਪਾਂ ਦੇਖ ਲਈਏ ਤਾਂ ਬਲੈਕ ਆਊਟ ਦੀ ਕੋਈ ਨੌਬਤ ਪੰਜਾਬ ਦੇ ਵਿੱਚ ਨਹੀਂ ਆਵੇਗੀ। ਤੇ ਕਿਸਾਨ ਇਹ ਵੀ ਕਹਿੰਦੇ ਨੇ ਕਿ ਜਦੋਂ ਕਰਫਿਊ ਲੱਗਿਆ ਸੀ ਉਦੋਂ ਵੀ ਰੇਲਾਂ ਠੱਪ ਰਹੀਆਂ ਸੀਗੀਆਂ, ਹਾਲਾਂਕਿ ਯਾਤਰੀ ਰੇਲਾਂ ਉਦੋਂ ਬੰਦ ਸੀਗੀਆਂ, ਮਾਲ ਗੱਡੀਆਂ ਨੇ ਉਹ ਜ਼ਿਆਦਾਤਰ ਚੱਲਦੀਆਂ ਰਹੀਆਂ ਸੀਗੀਆਂ, ਪਰ ਉਦੋਂ ਵੀ ਕੋਈ ਇਹੋ ਜਿਹੀ ਕਮੀ ਨਹੀਂ ਆਈ ਸੀ। ਪਰ ਫਿਰ ਵੀ ਹਰ ਸੂਬੇ ਦੀ ਇੱਕ ਸਟ੍ਰੈਟਜੀ ਹੁੰਦੀ ਹੈ, ਇੱਕ ਪਲੈਨਿੰਗ ਹੁੰਦੀ ਹੈ ਕਿ ਜੇ ਸੂਬੇ ਦੇ ਵਿੱਚ ਕੋਈ ਵੀ ਸਮੱਸਿਆ ਆ ਜੇ, ਮੰਨ ਲਓ ਕੁਦਰਤੀ ਤੌਰ ਤੇ ਕੋਈ ਆਫਤ ਆ ਜੇ, ਤੇ ਸੂਬੇ ਦੇ ਵਿੱਚ ਇੰਨਾ ਸਟਾਕ ਹੈ ਜਿਹੜਾ ਉਹ ਐਮਰਜੈਂਸੀ ਦੇ ਵਜੋਂ ਪਹਿਲਾਂ ਪਿਆ ਹੁੰਦਾ, ਰੱਖਿਆ ਹੁੰਦਾ ਕਿ ਜੇ ਐਮਰਜੈਂਸੀ ਆ ਜੇ ਤਾਂ ਉਹਦਾ ਪ੍ਰਬੰਧ ਪਹਿਲਾਂ ਕਰਨਾ ਹੁੰਦਾ। ਹੁਣ ਪੰਜਾਬ ਸਰਕਾਰ ਜਾਂ ਕੋਈ ਵੀ ਸਰਕਾਰ, ਸੂਬਾ ਦੀਆਂ ਸਰਕਾਰਾਂ ਇਹ ਪ੍ਰਬੰਧ ਕਰਦੀਆਂ ਨੇ ਜਾਂ ਨਹੀਂ, ਉਹ ਇਹਨਾਂ ਦੀ ਇਮਾਨਦਾਰੀ ਤੇ ਡਿਪੈਂਡ ਕਰਦਾ। ਪਰ ਬਜਟ ਬਣਦਾ ਹੋਵੇ, ਜਿਹੜਾ ਐਨੂਅਲ ਬਜਟ ਪੇਸ਼ ਕਰਦੀਆਂ ਨੇ ਸਰਕਾਰਾਂ, ਜਾਂ ਉਦਾਂ ਵੀ ਹਰ ਕੰਮ ਦੀ ਪਲੈਨਿੰਗ ਹੁੰਦੀ ਹੈ, ਉਹਦੇ ਵਿੱਚ ਸਟਾਕ ਵੱਖਰੇ ਤੌਰ ਤੇ ਜ਼ਰੂਰ ਹੁੰਦਾ। ਜਿਵੇਂ ਆਪਾਂ ਮੀਡੀਆ ਦੇ ਵਿੱਚ ਹੀ ਦੇਖ ਲਈਏ, ਕੋਈ ਨਵਾਂ ਪ੍ਰੋਗਰਾਮ ਸ਼ੁਰੂ ਕਰਨਾ, ਆਪਾਂ ਬੈਂਕ ਜ਼ਰੂਰ ਕਰਦੇ ਹਾਂ। ਨਵਾਂ ਪ੍ਰੋਗਰਾਮ ਕਰਨਾ ਹੈ, ਕੋਈ ਤੁਸੀਂ ਡਾਕੂਮੈਂਟਰੀ ਬਣਾਉਣੀ ਹੈ, ਤਾਂ ਤੁਸੀਂ 2-3 ਮਹੀਨਿਆਂ ਦਾ ਬੈਂਕ ਇਕੱਠਾ ਕਰਕੇ ਤੇ ਫਿਰ ਉਹਨੂੰ ਪ੍ਰੋਗਰਾਮ ਨੂੰ ਆਪਾਂ ਰਿਲੀਜ਼ ਕਰਦੇ ਹਾਂ। ਸੋ ਇਸੇ ਤਰ੍ਹਾਂ ਨਾਲ ਹਰ ਚੀਜ਼ ਦੀ ਪਲੈਨਿੰਗ ਹੁੰਦੀ ਹੈ। ਆਪਣੇ ਘਰਾਂ ਦੇ ਵਿੱਚ ਵੀ ਰਾਸ਼ਨ ਹੈ ਜਿਹੜਾ 2-2 ਮਹੀਨੇ ਦਾ ਸਟਾਕ ਹੁੰਦਾ ਆ। ਸੋ ਇਹ ਜਿਹੜੀਆਂ ਗੱਲਾਂ ਥੋੜਾ ਹਾਈਪ ਜ਼ਿਆਦਾ ਕ੍ਰੀਏਟ ਕਰ ਦਿੱਤਾ ਜਾਂਦਾ ਤਾਂ ਕਿ ਲੋਕਾਂ ਦੇ ਵਿੱਚ ਘਬਰਾਹਟ ਹੈ ਜਿਹੜੀ ਉਹ ਪੈਦਾ ਹੋਵੇ। ਹੁਣ ਮਨਪ੍ਰੀਤ ਬਾਦਲ ਨੇ 5 ਦਿਨ ਪਹਿਲਾਂ ਬਿਆਨ ਦਿੱਤਾ ਸੀ ਕਿ 3 ਦਿਨ ਦਾ ਕੋਲਾ ਬਚਿਆ ਤੇ ਬਲੈਕ ਆਊਟ ਹੋ ਜਾਊਗਾ। 5 ਦਿਨ ਲੰਘ ਗਏ ਨੇ, ਕੋਈ ਬਲੈਕ ਆਊਟ ਨਹੀਂ ਹੋਇਆ। ਸੋ ਇਹ ਆਪਾਂ ਵੀ ਸਮਝ ਸਕਦੇ ਹਾਂ ਕਿ ਬਿਆਨਬਾਜ਼ੀਆਂ ਕਿਸ ਪੱਧਰ ਦੀਆਂ ਨੇ। ਇਹਨਾਂ 'ਚ ਇਹ ਨਹੀਂ ਕਿ 100% ਗਲਤ ਹੈ, ਥੋੜੀ ਬਹੁਤ ਗਲਤ ਤਾਂ ਹੁੰਦੀ ਹੈ, ਸਮੱਸਿਆ ਹੁੰਦੀ ਹੈ, ਪਰ ਜ਼ਿਆਦਾ ਬਣਾ ਕੇ ਪੇਸ਼ ਕਰ ਹਰਸ਼ਰਨ, ਬਿਲਕੁਲ ਇੱਕ ਸਵਾਲ ਹਰਸ਼ਰਨ ਇੱਥੇ ਬਣ ਰਿਹਾ ਇਹ ਹੈ ਕਿ ਜੇ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਨਾਲ ਜੋ ਵਿਵਹਾਰ ਕੀਤਾ, ਜਿਸ ਤਰੀਕੇ ਨਾਲ ਬੁਲਾ ਕੇ ਵੀ ਉਹਨਾਂ ਨੂੰ ਮੀਟਿੰਗ ਜਿਹੜੀ ਹੈ ਫਿਰ ਵੀ ਕੋਈ ਹੱਲ ਨਹੀਂ ਕੱਢਿਆ ਗਿਆ, ਕਿਸਾਨ ਪਹਿਲਾਂ ਹੀ ਪਰੇਸ਼ਾਨ ਨੇ ਔਰ ਅਗਲੀ ਰਣਨੀਤੀ ਘੜਨ ਦੇ ਲਈ ਉਹ ਆਪਣੀ ਸਟ੍ਰੈਟਜੀ ਦੇ ਉੱਤੇ ਕੰਮ ਕਰਨ ਹੀ ਲੱਗੇ ਨੇ। ਹੁਣ ਅਜਿਹੇ ਦੇ ਵਿੱਚ ਅਹਿਮ ਰੋਲ ਜਿਹਦਾ ਸਾਹਮਣੇ ਆਉਣਾ ਚਾਹੀਦਾ, ਉਹ ਆਉਣਾ ਚਾਹੀਦਾ ਸੂਬਾ ਸਰਕਾਰ ਦਾ। ਯਾਨੀ ਕਿ ਜੇ ਹੁਣ ਵਿਧਾਨ ਸਭਾ ਸੈਸ਼ਨ ਹੈ ਜਿਹੜਾ 19 ਅਕਤੂਬਰ ਨੂੰ ਬੁਲਾਉਣ ਦਾ ਜਿਹੜਾ ਕਹਿ ਦਿੱਤੀ ਹੈ ਗੱਲ ਕੈਬਨਿਟ ਦੀ ਮੀਟਿੰਗ ਦੇ ਵਿੱਚ, ਤੇ ਅਹਿਮ ਰੋਲ ਇਸ ਦੇ ਵਿੱਚ ਇਹ ਰਹੇਗਾ ਕਿ ਜੇ ਸਾਰੀਆਂ ਪਾਰਟੀਆਂ ਉਸ ਸੈਸ਼ਨ ਦੇ ਵਿੱਚ ਸ਼ਾਮਿਲ ਹੋਣਗੀਆਂ ਤਾਂ ਉਸ ਦੇ ਉੱਤੇ ਇੱਕ ਰਾਏ ਦੇ ਉੱਤੇ ਜਿਹੜੀ ਹੈ ਉਹ ਸਹਿਮਤੀ ਅਜਿਹੀ ਬਣਾਉਣ ਜਿਸ ਦੇ ਨਾਲ ਕਿਸਾਨਾਂ ਦਾ ਜਿਹੜਾ ਰੋਸ ਹੈ ਉਹਨੂੰ ਘਟਾਇਆ ਜਾ ਸਕੇ, ਕੋਈ ਨਾ ਕੋਈ ਉਹਨਾਂ ਦਾ ਹੱਲ ਕੱਢਿਆ ਜਾ ਸਕੇ। ਇਹ ਕਾਫੀ ਅਹਿਮ ਚੀਜ਼ ਹੈ ਹੁਣ ਕਿ ਵਿਧਾਨ ਸਭਾ ਸੈਸ਼ਨ ਜਿਹੜਾ ਉਹ ਕਿਹੜੇ ਪਾਸੇ ਨੂੰ ਜਾਏਗਾ, ਉਸ ਦੇ ਵਿੱਚ ਕੀ ਜਿਹੜੀ ਹੈ ਗੱਲਬਾਤ ਹੋਏਗੀ। ਬਿਲਕੁਲ ਸ਼ਹਿਰੀ, ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ, ਕਿਉਂਕਿ ਇੱਕ ਦਿਨ ਦਾ ਸੈਸ਼ਨ ਹੈਗਾ, ਖਾਸ ਤੌਰ ਤੇ ਕਿਸਾਨਾਂ ਨੂੰ ਸਮਰਪਿਤ ਇਹ ਬੁਲਾਇਆ ਗਿਆ ਪੰਜਾਬ ਸਰਕਾਰ ਵੱਲੋਂ। ਇਹਦੀ ਮੰਗ ਸ਼੍ਰੋਮਣੀ ਅਕਾਲੀ ਦਲ ਵੀ ਕਰ ਰਿਹਾ ਸੀ, ਆਮ ਆਦਮੀ ਪਾਰਟੀ ਨੇ ਧਰਨਾ ਵੀ ਲਾਇਆ ਸੀ ਵਿਧਾਨ ਸਭਾ ਦੇ ਬਾਹਰ ਕਿ ਇਜਲਾਸ ਸੱਦੋ ਤੇ ਖੇਤੀ ਕਾਨੂੰਨ ਨੂੰ ਰੱਦ ਕਰਨ ਦਾ ਮਤਾ ਪਾਸ ਕਰੋ। ਤੇ ਜੇ ਬਾਕੀ ਪਾਰਟੀਆਂ ਦੀ ਗੱਲ ਕਰ ਲਈਏ, ਲੋਕ ਇਨਸਾਫ ਪਾਰਟੀ ਜਾਂ ਜਿੰਨੀਆਂ ਵੀ ਪਾਰਟੀਆਂ ਨੇ ਪੰਜਾਬ ਦੇ ਵਿੱਚ, ਮੁੱਖ ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਹੈ, ਦੋਵੇਂ ਇਹ ਕਹਿ ਰਹੇ ਸੀਗੇ। ਤੇ ਪੰਜਾਬ ਸਰਕਾਰ ਉਹ ਪਹਿਲਾਂ ਹੀ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਹੈ, ਯਾਨੀ ਕਿ ਪੰਜਾਬ ਦਾ ਬੱਚਾ ਚਾਹੇ ਕੋਈ ਵੀ ਸਿਆਸੀ ਪਾਰਟੀ ਹੋਵੇ ਉਹ ਵਿਰੋਧ ਕਰ ਰਹੀ ਹੈ। ਤੇ ਜੇ ਉਸ ਦਿਨ ਵੀ ਪੰਜਾਬ ਵਿਧਾਨ ਸਭਾ ਦੇ ਵਿੱਚ ਸਹਿਮਤੀ ਦੇ ਨਾਲ ਇਹ ਮਤਾ ਪਾਸ ਨਹੀਂ ਹੁੰਦਾ ਤਾਂ ਇਹ ਜੱਗ ਜ਼ਾਹਿਰ ਹੋ ਜਾਊਗਾ ਕਿ ਸਿਆਸੀ ਪਾਰਟੀਆਂ ਸਿਰਫ ਸਿਆਸਤ ਕਰਦੀਆਂ ਨੇ।
ਜੀ ਉਹਨਾਂ ਨੂੰ ਕਿਸਾਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਕਿਸਾਨਾਂ ਦੀ ਮੰਗਾਂ ਦੇ ਨਾਲ ਕੋਈ ਸਰੋਕਾਰ ਨਹੀਂ ਹੈ, ਜੀ ਇਹ ਫਿਰ ਸਾਫ਼ ਹੋ ਜਾਊਗਾ। ਸੋ ਇਹ ਕਿਉਂਕਿ ਉਸ ਦਿਨ ਆਪਾਂ ਨੂੰ ਪਤਾ ਲੱਗ ਜਾਣਾ ਜੀ 19 ਬਿਲਕੁਲ, ਕਿਉਂਕਿ ਤਰੀਕ ਨੂੰ ਹਰਸ਼ਰਨ ਅਕਤੂਬਰ ਨੂੰ। ਰਿਕਾਰਡ ਰਿਹਾ ਹੈ ਸਾਡੇ ਵਿਧਾਨ ਸਭਾ ਸੈਸ਼ਨ ਜਦੋਂ ਵੀ ਸ਼ੁਰੂ ਹੁੰਦੇ ਨੇ, ਚਾਹੇ ਵੱਡੇ ਤੋਂ ਵੱਡੇ ਮੁੱਦੇ ਦੇ ਉੱਤੇ ਕਿਉਂ ਨਾ ਸ਼ੁਰੂ ਹੋਣ, ਕ੍ਰਾਈਸਿਸ ਕਿਵੇਂ ਦਾ ਵੀ ਨਾ ਹੋਵੇ, ਜਿਸ 'ਚ ਹੱਲ ਦੀ ਉਮੀਦ ਹੁੰਦੀ ਹੈ ਲੋਕਾਂ ਨੂੰ, ਪਰ ਇਹ ਸੈਸ਼ਨ ਜਿਹੜੇ ਜ਼ਿਆਦਾਤਰ ਜਾਂ ਤਾਂ ਇੱਥੇ ਕੋਈ ਨਾ ਕੋਈ ਵਾਕਆਊਟ ਕਰ ਜਾਂਦਾ ਹੈ, ਜਾਂ ਕੋਈ ਨਾ ਕੋਈ ਸ਼ੋਰ ਸ਼ਰਾਬਾ ਮਚਾ ਦਿੰਦਾ ਹੈ, ਜਾਂ ਕੋਈ ਆਪਸ ਦੇ ਵਿੱਚ ਲੜਾਈ ਸ਼ੁਰੂ ਹੋ ਜਾਂਦੀ ਹੈ, ਤਾਂ ਕੋਈ ਗੱਲ ਸਿਰੇ ਨਹੀਂ ਲੱਗ ਰਹੀ। ਪਰ ਇਹ ਮੁੱਦਾ ਜਿਹੜਾ ਬਹੁਤ ਅਹਿਮ ਹੁਣ ਰਹੇਗਾ, ਤੇ ਇੱਕ ਦਿਨ ਦੇ ਸੈਸ਼ਨ ਦੇ ਵਿੱਚ ਇੱਕ ਰਾਏ ਦੇ ਉੱਤੇ ਜਿਹੜਾ ਸਭ ਨੂੰ ਉਹਦੇ ਉੱਤੇ ਹਾਮੀ ਭਰਨੀ ਪਏਗੀ। ਬਿਲਕੁਲ ਸ਼ੈਰੀ, ਬਿਲਕੁਲ ਇਹ ਉਸ ਦਿਨ ਸਾਫ਼ ਹੋ ਹੀ ਜਾਣਾ ਹੈਗਾ, ਕਿਉਂਕਿ ਜੇ ਇਸ ਮੁੱਦੇ ਨਾਲ ਸਾਰੇ ਜਣੇ ਸਹਿਮਤ ਨੇ ਤਾਂ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ ਉਸ ਦਿਨ ਦਾ, ਮੈਨੂੰ ਲੱਗਦਾ ਕਿ ਘੰਟੇ ਤੋਂ ਵੱਧ ਨਹੀਂ ਹੋਣਾ ਚਾਹੀਦਾ। ਕਿ ਜਦੋਂ ਸਾਰੇ ਸਹਿਮਤ ਨੇ, ਘੰਟੇ ਦੇ ਵਿੱਚ ਸਾਰੀ ਪ੍ਰਕਿਰਿਆ ਪੂਰੀ ਹੋ ਜਾਣੀ ਹੈ ਕਿ ਤੁਸੀਂ ਮਤਾ ਪੇਸ਼ ਕੀਤਾ ਤੇ ਉਹਨੂੰ ਫਿਰ ਪਾਸ ਕਰਨ ਦੇ ਵਿੱਚ ਕੋਈ ਟਾਈਮ ਨਹੀਂ ਲੱਗਦਾ। ਜੇ ਸਾਰੇ ਸਹਿਮਤ ਹੋਣ, ਸਹਿਮਤੀ ਦੇ ਨਾਲ ਸਾਰੀਆਂ ਵੋਟਾਂ ਇੱਕ ਪਾਸੇ ਪੈਣੀਆਂ ਨੇ ਤੇ ਮਤਾ ਪਾਸ ਹੋ ਜਾਂਦਾ ਹੈ। ਤੇ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਹੀ ਇਸੇ ਵਾਸਤੇ ਹੈ। ਸੋ ਇਹ ਦੇਖਣਾ ਕਾਫੀ ਅਹਿਮ ਰਹੂਗਾ ਆਉਂਦੇ ਸੋਮਵਾਰ ਨੂੰ ਕਿ ਕਰਦੇ ਕੀ ਨੇ ਵਿਧਾਨ ਸਭਾ ਦੇ ਵਿੱਚ। ਸੱਚੀ ਮੁੱਚੀ ਕਿਸਾਨਾਂ ਦੇ ਨਾਲ ਨੇ, ਜਿਹੜੇ ਕਹਿੰਦੇ ਨੇ ਕਿ ਅਸੀਂ ਵੀ ਕਿਸਾਨਾਂ ਦੇ ਪੁੱਤ ਹਾਂ, ਅਸੀਂ ਵੀ ਕਿਸਾਨਾਂ ਦੇ ਨਾਲ ਹਾਂ, ਤਾਂ ਉਸ ਦਿਨ ਪਤਾ ਲੱਗ ਜੂਗਾ। ਤੇ ਇੱਕ ਸ਼ੈਰੀ ਮੈਂ ਜ਼ਰੂਰ ਦੱਸਣਾ ਚਾਹਾਂਗੀ ਕਿ ਕਿਸਾਨਾਂ ਦੀਆਂ ਮੰਗਾਂ ਨੇ ਜਿਹੜੀਆਂ ਅੱਜ ਉਹ ਲੈ ਕੇ ਗਏ ਸੀ, ਉਹ ਕੀ ਸੀਗੀਆਂ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਖੇਤੀ ਕਾਨੂੰਨ ਰੱਦ ਕਰਨਾ ਇਹ ਪਹਿਲੀ ਮੰਗ ਹੈ। ਦੂਸਰਾ, ਕਿਸਾਨ ਇਹ ਵੀ ਮੰਗ ਕਰ ਰਹੇ ਨੇ ਕਿ ਸਵਾਮੀਨਾਥਨ ਕਮਿਸ਼ਨ ਹੈ ਜਿਹੜਾ, ਉਹਦੀਆਂ ਸਿਫਾਰਿਸ਼ਾਂ ਸਾਰੇ ਦੀਆਂ ਸਾਰੀਆਂ ਲਾਗੂ ਕੀਤੀਆਂ ਜਾਣ। ਤੀਸਰਾ, ਉਹਨਾਂ ਨੇ ਇਹ ਕਿਹਾ ਕਿ MSP ਹੈ ਜਿਹੜੀ, ਉਹਨੂੰ ਕਾਨੂੰਨੀ ਮਾਨਤਾ ਦਿੱਤੀ ਜਾਵੇ, ਯਾਨੀ ਕਿ MSP ਤੋਂ ਬਿਨਾਂ ਕੋਈ ਵੀ ਦੇਸ਼ ਦੇ ਵਿੱਚ ਫਸਲ ਖਰੀਦੀ ਨਾ ਜਾਵੇ, ਨਾ ਹੀ ਵੇਚੀ ਜਾਵੇ, MSP ਵਾਲੇ ਭਾਅ ਤੇ ਹੀ ਵੇਚੀ ਜਾਵੇ। ਜੇ ਕੋਈ ਉਸ ਤੋਂ ਸਸਤੇ ਰੇਟ ਤੇ ਖਰੀਦਦਾ ਦੇਖਿਆ ਗਿਆ ਤਾਂ ਉਹਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ। ਇਸ ਤਰੀਕੇ ਦੀ ਮੰਗ ਰੱਖੀ ਗਈ। ਤੇ ਇੱਕ ਇਹ ਕਿ ਜਿਵੇਂ ਝੋਨਾ ਤੇ ਕਣਕ MSP ਤੇ ਖਰੀਦੀਆਂ ਜਾਂਦੀਆਂ ਨੇ, ਹਾਲਾਂਕਿ ਪੂਰੇ ਮੁਲਕ ਦੇ ਵਿੱਚ, ਸ਼ਹਿਰੀ ਤੁਸੀਂ ਵੀ ਹੈਰਾਨ ਹੋਵੋਗੇ ਕਿ 100% ਦੇ ਵਿੱਚੋਂ ਸਿਰਫ ਤੇ ਸਿਰਫ 10% ਕਿਤੇ ਕਿਤੇ ਤਾਂ 6% ਦੇ ਅੰਕੜੇ ਵੀ ਸਾਹਮਣੇ ਆਏ ਨੇ ਕਿ 10% ਜਿਹੜੀ ਫਸਲ ਹੈ ਉਹ MSP ਤੇ ਖਰੀਦੀ ਜਾਂਦੀ ਹੈ। ਬਾਕੀ ਸਾਰੀ ਪ੍ਰਾਈਵੇਟ ਜਿਹੜੇ ਹੈਗੇ ਨੇ ਵਪਾਰੀ, ਉਹ ਲੁੱਟ ਮਚਾਉਂਦੇ ਨੇ ਕਿਸਾਨਾਂ ਦੇ ਨਾਲ, ਘੱਟ ਰੇਟ ਤੇ ਚੱਕ ਲੈਣਗੇ ਤੇ ਉਹਨਾਂ ਦਾ ਸ਼ੋਸ਼ਣ ਕਰਦੇ ਨੇ। ਸੋ ਕਹਿੰਦੇ ਨੇ ਕਿ ਝੋਨੇ ਤੇ ਕਣਕ ਦੀ ਜਿਵੇਂ MSP ਦੇ ਉੱਤੇ ਖਰੀਦ ਹੁੰਦੀ ਹੈ, ਉਵੇਂ ਹਰ ਫਸਲ ਜਿਹੜੀ ਭਾਰਤ ਦੇ ਵਿੱਚ ਹਰ ਫਸਲ ਹੁੰਦੀ ਹੈ ਉਹਨੂੰ ਵੀ MSP ਦੇ ਮੁਤਾਬਿਕ ਹੀ ਖਰੀਦਿਆ ਜਾਵੇ। ਸੋ ਇਹਦੇ ਨਾਲ ਹੋਰ ਵੀ ਬਹੁਤ ਜਿਹੜੀਆਂ ਮੰਗਾਂ ਨੇ, ਖੇਤੀ ਜਿਣਸਾਂ ਦੇ ਵਪਾਰ ਦੇ ਵਿੱਚ ਬਹੁਕੌਮੀ ਕੰਪਨੀਆਂ ਤੇ ਵੱਡੇ ਵਪਾਰੀਆਂ ਨੂੰ ਜਿਹੜੀਆਂ ਖੁੱਲ੍ਹਾਂ ਦਿੱਤੀਆਂ ਨੇ ਉਹ ਰੱਦ ਕੀਤੀਆਂ ਜਾਣ। ਸੋ ਇਹ ਮੰਗ ਪੱਤਰ ਵੀ ਕਿਸਾਨਾਂ ਨੇ ਦਿੱਤੇ ਹੈਗੇ ਨੇ, ਬਿਲਕੁਲ ਜਾਇਜ਼ ਨੇ। ਕਿਸਾਨ ਇਹ ਵੀ ਕਹਿੰਦੇ ਨੇ ਕਿ ਸਵਾਮੀਨਾਥਨ ਕਮਿਸ਼ਨ ਦੀਆਂ ਜਿਹੜੀਆਂ ਸਿਫਾਰਿਸ਼ਾਂ ਨੇ ਉਹ ਤੁਸੀਂ ਲਾਗੂ ਕਰ ਦਿਓ, ਸਾਨੂੰ ਹੋਰ ਕੁਝ ਨਹੀਂ ਚਾਹੀਦਾ। ਹੁਣ ਇਹ ਨਵੇਂ ਖੇਤੀ ਕਾਨੂੰਨ ਲਿਆ ਕੇ ਵਾੜਤੇ ਕੇਂਦਰ ਨੇ, ਤੇ ਹੁਣ ਇਹ ਵੀ ਦੂਸਰੀ ਮੰਗ ਹੈ ਜਿਹੜੀ ਉਹ ਵਿੱਚ ਰਲ ਗਈ ਹੈ ਕਿ ਇਹਨਾਂ ਨੂੰ ਰੱਦ ਕਰੋ, ਕਿਉਂਕਿ ਮੰਡੀਕਰਨ ਨੂੰ ਖਤਮ ਕਰਦੇ ਨੇ। ਤੇ ਕਿਸਾਨ ਵਾਰੀ-ਵਾਰੀ ਕਹਿੰਦੇ ਨੇ, ਕਿਸਾਨਾਂ ਦੀਆਂ ਔਰਤਾਂ ਵੀ ਵਾਰੀ-ਵਾਰੀ ਕਹਿੰਦੀਆਂ ਨੇ ਕਿ ਇਹਨਾਂ ਕਾਨੂੰਨਾਂ ਦੇ ਨਾਲ ਰਹਿਣੋ ਤਾਂ ਅਸੀਂ ਮਰੇ ਹੀ ਚੰਗੇ, ਕਿਉਂਕਿ ਕਾਨੂੰਨ ਸਾਨੂੰ ਕਿਸਾਨਾਂ ਤੋਂ ਮਜ਼ਦੂਰ ਬਣਾ ਦੇਣਗੇ। ਤੇ ਉਧਰ ਅੱਜ ਪ੍ਰਧਾਨ ਮੰਤਰੀ ਨੇ ਵੀ ਬਿਆਨ ਦਿੱਤਾ ਹੈ, ਉਹ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਨੂੰ ਉਦਮੀ ਬਣਾਉਣਾ ਚਾਹੁੰਦੇ ਹਾਂ, ਯਾਨੀ ਕਿ ਕਿਸਾਨ ਉਦਮੀ ਨਹੀਂ ਹੈਗਾ। ਕਿਸਾਨ ਉਹ ਇੱਕ ਵਰਗ ਹੈ ਸੁਸਾਇਟੀ ਦਾ ਜਿਹੜਾ ਦਿਨ ਰਾਤ ਖੇਤਾਂ ਦੇ ਵਿੱਚ ਕੰਮ ਕਰਦਾ, ਉਹਦੀ ਕੋਈ ਫਿਕਸ ਡਿਊਟੀ ਨਹੀਂ। ਸਾਡੇ ਵਰਗੇ ਨੌਕਰੀਆਂ ਕਰਦੇ ਨੇ, 8-8 ਘੰਟਿਆਂ ਦੇ ਬਾਅਦ ਅਸੀਂ ਆਪੋ ਆਪਣੇ ਘਰਾਂ। ਕਿਸਾਨ ਨੇ ਰਾਤਾਂ ਨੂੰ ਪੂਰੀ ਕੱਕਰ ਠੰਡ ਦੀਆਂ ਜਦੋਂ ਰਾਤਾਂ ਹੁੰਦੀਆਂ ਨੇ ਉਦੋਂ ਵੀ ਜਾ ਕੇ ਹਰਸ਼ਰਨ ਦੇ ਉਹੀ ਪ੍ਰਧਾਨ ਮੰਤਰੀ ਮੋਦੀ ਦੀ ਬੋਲੀ ਹੈ, ਜਿਹੜੇ ਕਿ ਮਨ ਕੀ ਬਾਤ ਜਦੋਂ ਹਰ ਐਤਵਾਰ ਨੂੰ ਕਰਦੇ ਸੀਗੇ, ਤਾਂ ਮਨ ਕੀ ਬਾਤ ਦੇ ਵਿੱਚ ਉਹਨਾਂ ਨੇ ਸਪੈਸ਼ਲੀ ਇੱਕ ਸੈਸ਼ਨ ਮੈਨੂੰ ਯਾਦ ਹੈ ਕਿਸਾਨਾਂ ਦੇ ਲਈ ਬੋਲਿਆ ਸੀ ਆਪਣੇ ਮਨ ਕੀ ਬਾਤ ਵਿੱਚ। ਤੇ ਉਸ ਟਾਈਮ ਦੇ ਉੱਤੇ ਉਹਨਾਂ ਨੇ ਜਿਹੜੀਆਂ ਕਿਸਾਨਾਂ ਲਈ ਗੱਲਾਂ ਕਹੀਆਂ ਸੀ, ਜਿਹੜੀਆਂ ਤੁਸੀਂ ਹੁਣ ਦੱਸ ਰਹੇ ਹੋ ਕਿ ਉਹ ਕਹਿੰਦੇ ਨੇ ਕਿ ਉਦਮੀ ਬਣਾਉਣਾ ਚਾਹੁੰਦੇ ਨੇ, ਉਸ ਟਾਈਮ ਦੇ ਉੱਤੇ ਕਿਸਾਨਾਂ ਦੇ ਲਈ ਉਹਨਾਂ ਦੀ ਬੋਲੀ ਬਿਲਕੁਲ ਅਲੱਗ ਸੀ। ਉਸ ਟਾਈਮ ਦੇ ਉੱਤੇ ਉਹ ਕਿਸਾਨਾਂ ਨੂੰ ਬਹੁਤ ਵਧਾ ਚੜਾ ਕੇ ਉਹ ਇਹ ਮੰਨ ਰਹੇ ਸੀ ਕਿ ਜਿਹੜਾ ਇੱਕ ਅਲੱਗ ਤੋਂ ਜਿਹੜਾ ਇੱਕ ਕਹਿ ਸਕਦੇ ਆ ਕਿ ਸਭ ਤੋਂ ਮੇਨ ਰੋਲ ਦੇ ਵਿੱਚ ਜਿਹੜੇ ਹੁੰਦੇ ਨੇ ਉਹ ਕਿਸਾਨ ਹੁੰਦੇ ਨੇ। ਤੇ ਬੜੀ ਵਾਹਵਾਹੀ ਉਹਨਾਂ ਨੇ ਕੀਤੀ ਸੀ ਇਹਨਾਂ ਕਿਸਾਨਾਂ ਦੀ। ਤੇ ਅੱਜ ਉਹੀ ਕਿਸਾਨਾਂ ਦੀ ਹਾਲਤ ਕੀ ਬਣੀ ਹੋਈ ਹੈ, ਤੇ ਅੱਜ ਮੋਦੀ ਸਾਹਿਬ ਪਤਾ ਨਹੀਂ ਆਪਣੇ ਮਨ ਕੀ ਬਾਤ ਕਿਉਂ ਦਬਾਈ ਫਿਰਦੇ ਨੇ, ਕਿਉਂ ਬਾਹਰ ਨਹੀਂ ਕੱਢ ਰਹੇ। ਬਿਲਕੁਲ ਉਹੀ ਹੈ ਕਿ ਮਨ ਕੀ ਬਾਤ ਕਰਨ ਵਾਲੇ ਮੋਦੀ ਸਾਹਿਬ ਕਿਸਾਨਾਂ ਦੇ ਮਨ ਦੀ ਬਾਤ ਕਿਉਂ ਨਹੀਂ ਸਮਝ ਰਹੇ, ਕਿਉਂ ਸਾਡੇ ਦੇਸ਼ ਵਾਸੀਆਂ ਦੀ ਬਾਤ ਨਹੀਂ ਸਮਝ ਰਹੇ, ਉਹਨਾਂ ਦੇ ਮਨ ਦੀ ਬਾਤ ਕਿਉਂ ਨਹੀਂ ਉਹਨਾਂ ਨੂੰ ਸੁਣਦੀ ਹੈਗੀ। ਬੜੀ ਹੈਰਾਨੀ ਦੀ ਗੱਲ ਹੁੰਦੀ ਹੈ। ਤੇ ਅੱਜ ਉਹੀ ਕਿਸਾਨਾਂ ਦੇ ਨਾਲ ਹੋ ਗਿਆ। ਬਿਲਕੁਲ ਸਹੀ ਕਿਹਾ ਸ਼ੈਰੀ ਤੁਸੀਂ, ਜਦੋਂ ਭਾਸ਼ਣ ਦਿੰਦੇ ਨੇ ਉਦੋਂ ਸਾਰੀਆਂ ਪਾਰਟੀਆਂ, ਮੋਦੀ ਸਾਹਿਬ ਵੀ ਕਹਿੰਦੇ ਨੇ ਕਿ ਸਾਡੀ ਕਿਸਾਨਾਂ ਦੀ ਪਾਰਟੀ ਹੈ, ਅਕਾਲੀ ਦਲ ਵੀ ਕਹਿੰਦੀ ਹੈ ਕਿਸਾਨਾਂ ਦੀ ਪਾਰਟੀ, ਮਜ਼ਦੂਰਾਂ ਦੀ ਪਾਰਟੀ। ਸੋ ਇਹ ਸਿਰਫ ਸਟੇਜ ਤੇ ਹੀ ਬੋਲਿਆ ਜਾਂਦਾ। ਤੇ ਹੁਣ ਅੱਜ ਕੱਲ ਤਾਂ
ਸੁਣਨ ਨੂੰ ਵੀ ਦਿਲ ਨਹੀਂ ਕਰਦਾ, ਕਿਸੇ ਵੀ ਜੀ। ਸਿਆਸਤਦਾਨ ਨੂੰ ਸੁਣਨ ਨੂੰ ਦਿਲ ਨਹੀਂ ਕਰਦਾ ਕਿ ਇਹਨਾਂ ਨੇ ਝੂਠ ਹੀ ਬੋਲਣੇ ਨੇ। ਕਾਸ਼ ਬਿਲਕੁਲ। ਸਾਡੇ ਮੁਲਕ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੋਈ ਪੈਰਾਮੀਟਰ ਹੁੰਦਾ ਕਿ ਜਿਹੜੇ ਸਿਆਸੀ ਲੀਡਰ ਨੇ ਉਹਨਾਂ ਦੇ ਝੂਠ ਫੜੇ ਜਾਣ ਵਾਲੀ ਕੋਈ ਮਸ਼ੀਨ ਹੈ ਜਿਹੜੀ ਉਹ ਜੀ, ਲਾਈ ਜਾਂਦੀ ਕਿ ਬਿਲਕੁਲ। ਜਿਹੜੇ ਝੂਠ ਬੋਲਣਗੇ ਉਹਨਾਂ ਦੇ ਇੰਨੇ ਨੰਬਰ ਕੱਟੇ ਜਾਣਗੇ, ਉਹਨਾਂ ਨੂੰ ਵੋਟਾਂ ਨਹੀਂ ਪੈਣਗੀਆਂ। ਵਿਦੇਸ਼ਾਂ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਕਿ ਜੀ। ਲੀਡਰਾਂ ਦੇ ਝੂਠ, ਜੇ ਕੋਈ ਲੀਡਰ ਝੂਠ ਵਾਦਾ ਦਾਵਾ ਕਰਦੇ ਤੇ ਉਹਦੀ ਕੀ ਹਾਲਤ ਹੁੰਦੀ ਹੈ, ਜੀ, ਬਿਲकुल। ਉਹਨੂੰ ਜਵਾਬ ਦੇਣਾ ਪੈਂਦਾ। ਪਰ ਇੱਥੇ ਤਾਂ ਕਿੰਨੇ ਮਰਜ਼ੀ ਝੂਠ ਬੋਲੀ ਜਾਓ, ਜਵਾਬਦੇਹੀ ਨਹੀਂ ਹੈਗੀ। ਲੀਡਰਾਂ ਨੇ ਪਤਾ ਹੁੰਦਾ ਵੀ ਸਾਨੂੰ ਕਿਹਨੇ ਪੁੱਛਣਾ, ਅਸੀਂ ਕਿਸੇ ਨੂੰ ਮਿਲਣਾ ਹੀ ਨਹੀਂ, 5 ਸਾਲ ਅਸੀਂ ਬਿਲकुल। ਕਿਸੇ ਨੂੰ ਲੱਭਣਾ ਹੀ ਨਹੀਂ। ਅਸੀਂ ਏਸੀ ਗੱਡੀਆਂ ਦੇ ਵਿੱਚ ਬਹਿਣਾ ਹੈ, ਏਸੀ ਕੋਠੀਆਂ ਦੇ ਵਿੱਚ ਬਹਿਣਾ ਹੈ, ਆਰਾਮ ਦੇ ਜੀ, ਨਾਲ ਚਿੱਟੇ ਬਿਲकुल। ਕੱਪੜੇ ਪਾ ਕੇ ਬਸ ਅਸੀਂ ਤੁਰੇ ਫਿਰਦੇ ਰਹਿਣਾ, ਬਿਲकुल ਉਦਘਾਟਨ ਕਰਦੇ, ਹਰਸ਼ ਹੋਰ ਕੁਝ ਕਰਨਾ ਨਹੀਂ। ਜੀ, ਬਿਲकुल। ਖੈਰ ਇਹ ਤਾਂ ਹੁਣ ਲੀਡਰਾਂ ਨੂੰ ਵੀ, ਲੀਡਰ ਤਾਂ ਜੋ ਕਰਦੇ ਆ ਰਹੇ ਨੇ ਉਹੀ ਕਰਦੇ ਆ ਰਹੇ ਨੇ। ਇਹ ਤਾਂ ਹੁਣ ਸਾਡੇ ਆਮ ਜਿਹੜੀ ਜਨਤਾ ਹੈ ਉਹਨਾਂ ਨੂੰ ਸਮਝਣ ਦੀ ਲੋੜ ਹੈ ਵੀ ਉਹਨਾਂ ਨਾਲ ਕੀ ਹੁੰਦਾ ਹੈ, ਤੇ ਜਦੋਂ ਸਟੇਜ ਤੇ ਹੁੰਦੇ ਨੇ ਉਦੋਂ ਬੋਲੀ ਸਿਆਸਤਦਾਨਾਂ ਦੀ ਕੀ ਹੁੰਦੀ। ਹੁਣ ਉਹਨਾਂ ਨੇ ਅੱਗੇ ਦੇਖਣਾ ਵੀ ਕਿਹਨੂੰ ਜਿਤਾਉਣਾ ਤੇ ਕਿਹਨੂੰ ਨਹੀਂ, ਜਾਂ ਕਿਹੜੀ ਪਾਰਟੀ ਉਹਨਾਂ ਦੀ ਆਪਣੀ ਹੈ ਕਿਹੜੀ ਨਹੀਂ, ਇਹ ਆਮ ਜਨਤਾ ਦੇ ਉੱਤੇ ਡਿਪੈਂਡ ਕਰਦਾ। ਸ਼ਰਨ ਫਿਲਹਾਲ ਤੇ ਵੀ ਸਮਾਂ ਅੱਗੇ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ। ਫਿਰ ਤੋਂ ਕੱਲ ਤੁਹਾਡੇ ਨਾਲ ਜੁੜਾਂਗੇ, ਫਿਰ ਤੋਂ ਜਿਹੜੇ ਅਪਡੇਟਸ ਹੈ ਨਵੇਂ ਲਵਾਂਗੇ। ਬਹੁਤ ਬਹੁਤ ਧੰਨਵਾਦ ਤੁਹਾਡਾ ਨਾਲ ਜੁੜਨ ਦੇ ਲਈ, ਅਪਡੇਟਸ ਦੇਣ ਦੇ ਲਈ। ਜੀ ਥੈਂਕ ਯੂ ਸ਼ੈਰੀ, ਤੇ ਸਾਰੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ, ਸਟੂਡੀਓ ਵਾਲੇ ਸਾਰੇ ਸਾਥੀਆਂ ਦਾ ਵੀ ਬਹੁਤ-ਬਹੁਤ ਧੰਨਵਾਦ, ਤੇ ਸਾਰੇ ਕੈਨੇਡਾ ਦੇ ਵਾਸੀਆਂ ਨੂੰ ਚੰਗੇ ਦਿਨ ਦੀਆਂ ਸ਼ੁਭਕਾਮਨਾਵਾਂ। ਜੀ ਥੈਂਕ ਯੂ ਸ਼ਰਨ। ਸੋ ਕਿਸਾਨ ਅਗਲੀ ਆਪਣੀ ਰਣਨੀਤੀ ਹੁਣ ਕੀ ਬਣਾਉਣਗੇ, ਇਹ 15 ਅਕਤੂਬਰ ਨੂੰ ਤੈਅ ਹੋਏਗਾ, ਯਾਨੀ ਕਿ ਇੰਡੀਆ ਦੇ ਵਿੱਚ, ਯਾਨੀ ਕਿ ਕੱਲ੍ਹ ਦੀ ਇਹ ਖਬਰ ਹੋਏਗੀ ਕਿ ਕੀ ਅਸੀਂ ਕੱਲ੍ਹ ਇੱਥੇ ਜੁੜਾਂਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਅਗਲੀ ਰਣਨੀਤੀ ਜਿਹੜੀ ਕਿਸਾਨਾਂ ਨੇ ਕੀ ਬਣਾਈ ਹੈ, ਉਸ 'ਤੇ ਅਪਡੇਟ ਜ਼ਰੂਰ ਕਰਦੇ ਰਹਾਂਗੇ। ਤੇ ਅੱਗੇ ਇਸ ਤੋਂ ਇਲਾਵਾ ਕੈਬਨਿਟ ਮੀਟਿੰਗ ਦੇ ਵਿੱਚ ਇਹ ਤੈਅ ਹੋ ਗਿਆ ਕਿ 19 ਅਕਤੂਬਰ ਨੂੰ ਜਿਹੜੀ ਹੈ ਉਹ ਵਿਧਾਨ ਸਭਾ ਸੈਸ਼ਨ ਸੱਦਿਆ ਜਾਣਾ ਹੈ। ਹੁਣ ਉਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਕੀ ਨਿਕਲੇਗਾ ਇਹ ਵੀ ਕਾਫੀ ਅਹਿਮ ਰਹੇਗਾ। ਫਿਰ ਤੋਂ ਕੱਲ੍ਹ ਨਵੇਂ ਅਪਡੇਟਸ ਨਾਲ ਜੁੜਾਂਗੇ ਮਾਰਨਿੰਗ ਸ਼ੋਅ ਦੇ ਵਿੱਚ। ਤੁਹਾਡਾ ਦਿਨ ਬਿਲਕੁਲ ਵਧੀਆ ਰਹੇ, ਬਿਲਕੁਲ ਸ਼ੁਭ ਦਿਨ ਜਾਏ। ਕੱਲ੍ਹ ਫਿਰ ਤੋਂ ਮਿਲਾਂਗੇ, ਤਦ ਤੱਕ ਲਈ ਇਜਾਜ਼ਤ ਦਿਓ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਹੈਰਾਨ ਤੇ ਜ਼ਰੂਰ ਹੋ ਰਹੇ ਹੋ ਕਿ ਇੱਕ ਬੰਦਾ ਪੈਂਟ ਕਮੀਜ਼ ਪਾ ਕੇ ਟਰੈਕਟਰ ਚਲਾ ਰਿਹਾ ਹੈ, ਖੇਤੀ ਕਰ ਰਿਹਾ ਹੈ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।